ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਦੀ। ਤਾਂ ਰਾਈਟਿੰਗ ਟਾਸਕ 2 ਆਪਣੇ ਕੋਲੇ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲ ਕਰਾਂਗੇ ਕਿ ਕਿੱਦਾਂ ਆਪਾਂ ਜਿਹੜਾ ਸੈਂਟੈਂਸ ਵੇਰੀਏਸ਼ਨ ਐਡ ਕਰ ਸਕਦੇ ਹਾਂ, ਕੰਪਲੈਕਸ ਸੈਂਟੈਂਸ ਐਡ ਕਰ ਸਕਦੇ ਹਾਂ, ਹੈ ਨਾ, ਅਤੇ ਐਕੂਰੇਟ ਐਗਜ਼ਾਮਪਲ ਕਿੱਦਾਂ ਦੇ ਸਕਦੇ ਹਾਂ, ਸਾਰਾ ਜਿਹੜਾ ਸਟਰਕਚਰ BP1 ਕਿੱਦਾਂ ਲਿਖਣਾ, BP2 ਠੀਕ ਆ, ਇੰਟਰੋ ਵਿੱਚ ਕੀ ਕਰਨਾ ਆਪਾਂ, ਅਤੇ ਕਨਕਲੂਜ਼ਨ ਦੇ ਵਿੱਚ ਕੀ ਕਰਨਾ ਹੈਗਾ। ਤਾਂ ਅੱਜ ਆਪਣੇ ਕੋਲ ਜਿਹੜਾ ਐਸੇ ਟਾਈਪ ਹੈਗੀ, 8 ਟਾਈਪਸ ਦੇ ਜਿਹੜੇ ਐਸੇ ਹੁੰਦੇ ਆ। ਤਾਂ ਅੱਜ ਆਪਾਂ ਜਿਹੜਾ ਨੈਗੇਟਿਵ ਐਂਡ ਪੋਜ਼ੀਟਿਵ ਡਿਵੈਲਪਮੈਂਟ ਦਾ ਲਿਆ ਹੈਗਾ, ਠੀਕ ਆ। ਇਹਦੇ ਵਿੱਚ ਆਪਾਂ ਨੂੰ ਸਟੇਟਮੈਂਟ ਦਿੱਤੀ ਜਾਂਦੀ ਹੈ, ਤਾਂ ਆਪਾਂ ਨੂੰ ਪੁੱਛਿਆ ਜਾਂਦਾ ਕਿ ਪੋਜ਼ੀਟਿਵ ਪ੍ਰੋਗਰੈਸ ਹੈਗਾ ਜਾਂ ਨੈਗੇਟਿਵ ਪ੍ਰੋਗਰੈਸ ਹੈਗਾ, ਠੀਕ ਆ। ਤਾਂ ਉਹ ਆਪਾਂ ਦੱਸਣਾ ਹੁੰਦਾ ਵਾ। ਤਾਂ ਹੁਣ ਆਪਾਂ ਜਿਹੜੀ ਅੱਜ ਸਟਰਕਚਰ ਦੀ ਗੱਲ ਕਰਦੇ ਹਾਂ, ਫਸਟ ਆਫ ਆਲ ਵੀ ਕਿੱਦਾਂ ਕਰਨਾ ਸਟਰਕਚਰ। ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਆਪਣੇ ਜਿਹੜੇ ਸਾਰੇ ਡਾਊਟਸ ਹੈਗੇ ਆ ਉਹ ਰਾਈਟਿੰਗ ਟਾਸਕ 2 ਦੇ ਨਾਲ ਜਿਹੜੇ ਤੁਹਾਡੇ ਜੋ ਵੀ ਡਾਊਟਸ ਰਿਲੇਟਡ ਹੈਗੇ ਆ ਸਾਰੇ ਜਿਹੜੇ ਅੱਜ ਤੋਂ ਜਿਹੜੇ ਸੋਲਵ ਹੋ ਜਾਣਗੇ। ਬਿਕੋਜ਼ ਆਪਾਂ ਜਿਹੜਾ ਹਰ ਇੱਕ ਚੀਜ਼ ਦੀ ਗੱਲ ਕਰਾਂਗੇ ਜੋ ਆਪਾਂ ਰਾਈਟਿੰਗ ਟਾਸਕ 2 ਦੇ ਵਿੱਚ ਐਡ ਕਰ ਸਕਦੇ ਹਾਂ ਅਤੇ ਸਕੋਰ ਬੂਸਟ ਕਰ ਸਕਦੇ ਹਾਂ, ਠੀਕ ਆ। ਤਾਂ ਹੁਣ ਆਪਾਂ ਗੱਲ ਕਰਦੇ ਹਾਂ, ਫਸਟ ਆਫ ਆਲ ਦੇਖਦੇ ਹਾਂ ਆਪਣੇ ਕੋਲ ਜਿਹੜੀ ਸਟੇਟਮੈਂਟ ਕੀ ਆ। ਨਾਓ ਅਡੇਜ਼ ਐਨ ਇੰਕਰੀਜ਼ਿੰਗ ਨੰਬਰ ਆਫ ਪੀਪਲ ਵਿਦ ਹੈਲਥ ਪ੍ਰੋਬਲਮਸ, ਠੀਕ ਆ। ਤਾਂ ਕੀ ਕਹਿ ਰਹੇ ਆ ਕਿ ਅੱਜ ਕੱਲ੍ਹ ਜਿਹੜੇ ਬਹੁਤ ਸਾਰੇ ਲੋਕ ਹੈਗੇ ਆ, ਇੰਕਰੀਜ਼ਿੰਗ ਨੰਬਰ ਆਫ ਪੀਪਲ ਵਿਦ ਹੈਲਥ ਪ੍ਰੋਬਲਮਸ, ਜਿਨ੍ਹਾਂ ਨੂੰ ਕਿ ਹੈਲਥ ਪ੍ਰੋਬਲਮਸ ਹੈਗੀਆਂ, ਆਰ ਯੂਜ਼ਿੰਗ ਅਲਟਰਨੇਟਿਵ ਮੈਡੀਸਨਸ, ਠੀਕ ਆ। ਤਾਂ ਉਹ ਅਲਟਰਨੇਟਿਵ ਮੈਡੀਸਨ ਯੂਜ਼ ਕਰਦੇ ਹੈਗੇ ਆ ਐਂਡ ਟਰੀਟਮੈਂਟ ਰੈਦਰ ਦੈਨ ਵਿਜ਼ਿਟਿੰਗ ਦੇਅਰ ਨੋਰਮਲ ਡਾਕਟਰਸ, ਠੀਕ ਆ। ਤਾਂ ਉਹ ਕੀ ਕਰਦੇ ਹੈਗੇ ਆ, ਆਪਦੀ ਸੈਲਫ ਹੀ ਜਾਣੀ ਕਿ ਅਲਟਰਨੇਟਿਵ ਟਰੀਟਮੈਂਟ ਲੈਂਦੇ ਹੈਗੇ ਆਪ ਹੀ, ਹੈ ਨਾ, ਅਤੇ ਡਾਕਟਰ ਦੀ ਰੈਕਮੈਂਡੇਸ਼ਨ ਤੋਂ ਵਿਦਆਊਟ, ਠੀਕ ਆ। ਤਾਂ ਇਹ ਸਟੇਟਮੈਂਟ ਆਪਾਂ ਨੂੰ ਕਹਿ ਰਹੀ ਹੈ। ਤਾਂ ਆਪਾਂ ਕੀ ਦੱਸਣਾ, ਡੂ ਯੂ ਥਿੰਕ ਦਿਸ ਇਜ਼ ਪੋਜ਼ੀਟਿਵ ਔਰ ਨੈਗੇਟਿਵ ਡਿਵੈਲਪਮੈਂਟ, ਠੀਕ ਆ। ਪਹਿਲਾਂ ਤਾਂ ਆਪਾਂ ਇਹ ਨਹੀਂ ਸੋਚਣਾ ਹੈਗਾ ਕਿ ਆਪਾਂ ਨੂੰ ਕਿਹੜਾ ਸਹੀ ਲੱਗਦਾ, ਇਹ ਨਹੀਂ ਦੇਖਣਾ ਜਿਹਦੇ ਪੁਆਇੰਟ ਬਣਦੇ ਆ ਤੁਹਾਡੇ ਕੋਲੇ, ਹੈ ਨਾ, ਤੁਸੀਂ ਉਹ ਕਰ ਸਕਦੇ। ਬੇਸਿਕਲੀ ਆਪਾਂ ਨੂੰ 2 ਪੁਆਇੰਟਸ ਚਾਹੀਦੇ ਆ, ਸੋਲਵ ਪੁਆਇੰਟ ਹੋਣ ਅਤੇ ਚੰਗੀ ਤਰ੍ਹਾਂ ਤੁਹਾਨੂੰ ਜਿਹੜੀ ਐਲੈਬੋਰੇਸ਼ਨ ਆਉਂਦੀ ਹੋਵੇ, ਠੀਕ ਆ। ਮੇਨ ਗੱਲ ਇਹ ਨਹੀਂ ਹੁੰਦੀ ਕਿ ਜਸਟ ਮੇਨ ਪੁਆਇੰਟ ਪਤਾ ਹੋਵੇ, ਤਾਂ ਬਟ ਉਹਦੀ ਜਿਹੜੀ ਐਲੈਬੋਰੇਸ਼ਨ ਉਹ ਜ਼ਿਆਦਾ ਜ਼ਰੂਰੀ ਆ ਪੁਆਇੰਟਸ ਦੇ ਨਾਲੋਂ, ਹੈ ਨਾ। ਇਸ ਤੋਂ ਲਾਈਕ ਕਈ ਬੱਚੇ ਹੈਗੇ 2 ਮਤਲਬ ਕਿ ਪੁਆਇੰਟਸ ਵੀ ਐਡ ਕਰਦੇ ਆ BP ਦੇ ਵਿੱਚ, ਠੀਕ ਆ, ਕਰ ਸਕਦੇ ਹਾਂ। ਬਟ ਜੇ ਤੁਸੀਂ ਉਹਨੂੰ ਦੋਨਾਂ ਨੂੰ ਐਲੈਬੋਰੇਟ ਨਹੀਂ ਨਾ ਚੰਗੀ ਤਰ੍ਹਾਂ ਕੀਤਾ, ਐਗਜ਼ਾਮੀਨਰ ਨੂੰ ਸਮਝ ਨਹੀਂ ਆਇਆ ਤੁਸੀਂ ਗੱਲ ਕਿਹੜੀ ਚੀਜ਼ ਦੀ ਕਰ ਰਹੇ ਆ, ਹੈ ਨਾ, ਤਾਂ ਫਿਰ ਉਹ ਦੋਨੋਂ ਹੀ ਤੁਹਾਡੇ ਮਤਲਬ ਕਿ ਹੈ ਨਹੀਂ ਗੇ, ਯੂਜ਼ਫੁਲ ਨਹੀਂ ਹੈਗੇ, ਠੀਕ ਆ। ਤਾਂ ਉਹ ਦੋਨੋਂ ਹੀ ਇਫੈਕਟਿਵ ਨਹੀਂ ਹੋਣਗੇ ਜੇਕਰ ਤੁਹਾਡੀ ਐਲੈਬੋਰੇਸ਼ਨ ਨਹੀਂ ਹੈਗੀ। ਇਸ ਲਈ ਇੱਕ ਲਿਖੋ, ਉਹਨੂੰ ਚੰਗੀ ਤਰ੍ਹਾਂ ਐਲੈਬੋਰੇਟ ਕਰੋ ਕਿ ਜਿੱਦਾਂ ਐਗਜ਼ਾਮੀਨਰ ਪੜ੍ਹੇ, ਹੈ ਨਾ, ਤਾਂ ਉਹਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਤਾਂ ਹੁਣ ਆਪਾਂ ਸਟਰਕਚਰ ਦੀ ਗੱਲ ਕਰਦੇ ਹਾਂ। ਸਟਰਕਚਰ ਕਿੱਦਾਂ ਹੁੰਦਾ ਇਹਦਾ, ਦੇਖੋ। ਇੰਟਰੋ ਆਪਣੇ ਕੋਲ ਹੈ ਨਾ, ਪਹਿਲਾਂ ਇੰਟਰੋ 'ਚ ਤਾਂ ਆਪਾਂ ਜਸਟ ਕੀ ਕਰਦੇ ਹਾਂ, ਰੀਫਰੇਸ ਐਂਡ ਥੀਸਿਸ ਲਾਈਨ, ਠੀਕ ਆ। ਤਾਂ ਥੀਸਿਸ ਲਾਈਨ ਤੋਂ ਇਹ ਆਪਾਂ ਇੱਕ ਧਿਆਨ ਰੱਖਣਾ ਹੈਗਾ, ਰੀਫਰੇਸ ਤਾਂ ਜਿੱਦਾਂ ਵੀ ਆਪਣੇ ਕੋਲ ਹੋਈ ਆ, ਤੁਸੀਂ ਜਿੱਦਾਂ ਵੀ ਕਰਦੇ ਹੈਗੇ, ਜਾਂ ਸੈਂਟੈਂਸ ਤੋਂ ਸੈਂਟੈਂਸ ਕਰਦੇ ਹਾਂ ਜਾਂ ਵਰਡ ਤੋਂ ਵਰਡ ਕਰਦੇ ਹਾਂ, ਜਿਸ ਤਰੀਕੇ ਨਾਲ ਵੀ ਕਰਦੇ ਹਾਂ, ਠੀਕ ਆ। ਅਤੇ ਬਟ ਜੇ ਆਪਾਂ ਗੱਲ ਕਰੀਏ ਜ਼ਿਆਦਾ ਇਫੈਕਟਿਵ ਬਣਾਉਣ ਲਈ ਇੰਟਰੋ ਰੀਫਰੇਸ, ਹੈ ਨਾ, ਤਾਂ ਫਿਰ ਤੁਸੀਂ ਜਿਹੜਾ ਸੈਂਟੈਂਸ ਟੂ ਸੈਂਟੈਂਸ ਜਿਹੜਾ ਚੇਂਜ ਕਰੋ ਅਤੇ ਵਕੈਬ ਵੀ ਐਡ ਕਰੋ, ਠੀਕ ਆ। ਤਾਂ ਉਹ ਕੋਸ਼ਿਸ਼ ਕਰੋ ਜਿਹੜੇ ਵਰਡ ਆਪਣੇ ਸਟੇਟਮੈਂਟ ਵਿੱਚ ਮਿਲ ਗਿਆ ਉਹ ਨਾ ਯੂਜ਼ ਕਰੋ, ਉਹਨਾਂ ਦੇ ਜਿਹੜੇ ਸਿਨੋਨਿਮਸ ਯੂਜ਼ ਕਰੋ। ਤਾਂ ਹੁਣ ਆਪਾਂ ਜੇ ਗੱਲ ਕਰੀਏ ਥੀਸਿਸ ਲਾਈਨ ਦੀ, ਥੀਸਿਸ ਲਾਈਨ ਤੋਂ ਐਗਜ਼ਾਮੀਨਰ ਨੂੰ ਇਹ ਕਲੀਅਰ ਹੋ ਜਾਣਾ ਚਾਹੀਦਾ ਕਿ ਤੁਸੀਂ ਐਸੇ ਦੇ ਵਿੱਚ ਅੱਗੇ ਕੀ ਪਰਫੋਰਮ ਕਰਨ ਜਾ ਰਹੇ ਹੋ, ਠੀਕ ਆ। ਬਸ ਇੰਨਾ ਹੀ ਹੁੰਦਾ ਥੀਸਿਸ ਲਾਈਨ 'ਚ, ਠੀਕ ਆ। ਹੁਣ ਆਪਾਂ ਗੱਲ ਕਰੀਏ BP1 ਐਂਡ BP2 ਦੀ, ਠੀਕ ਆ। ਤਾਂ BP1 ਦੇ ਵਿੱਚ ਆਪਾਂ ਪਹਿਲਾਂ ਕੀ ਕਰਨਾ ਹੈਗਾ, ਟਾਸਕ ਸਟੇਟਮੈਂਟ, ਠੀਕ ਆ। ਟਾਸਕ ਸਟੇਟਮੈਂਟ ਐਂਡ ਟਾਸਕ ਸਟੇਟਮੈਂਟ, ਠੀਕ ਆ। BP1 ਵਿੱਚ ਪਹਿਲਾਂ ਤੁਸੀਂ ਟਾਸਕ ਸਟੇਟਮੈਂਟ, ਫਿਰ ਉਹਨੂੰ ਤੁਸੀਂ ਜਦੋਂ ਮੇਨ ਆਈਡੀਆ ਲਿਖਤਾ ਵੀ ਲਾਈਕ, ਹੈ ਨਾ, ਮਤਲਬ ਕੋਈ ਵੀ ਇੱਕ ਆਈਡੀਆ ਲੈ ਲਿਆ ਮੇਨ, ਉਹਨੂੰ 1 ਜਾਂ 2 ਲਾਈਨ ਦੇ ਵਿੱਚ ਦੱਸਤਾ, ਠੀਕ ਆ। ਫਿਰ ਉਹਨੂੰ ਐਲੈਬੋਰੇਸ਼ਨ ਕਰਨਾ ਵੀ ਇਹ ਕਿੱਦਾਂ ਵਾ ਜਾਂ ਕਿਵੇਂ, ਸਾਰਾ ਕੁਛ, ਠੀਕ ਹੈ, ਦੱਸਣਾ ਉਹਦੇ ਵਿੱਚ ਐਕਸਪਲੇਨੇਸ਼ਨ, ਦੈਨ ਕੀ ਇੱਕ ਐਗਜ਼ਾਮਪਲ ਐਡ ਕਰਨੀ ਹੈ, ਤਾਂ ਫਿਰ ਰਿਜ਼ਲਟ, ਠੀਕ ਆ। ਅਤੇ ਫਿਰ ਤੁਸੀਂ BP2 'ਤੇ ਆ ਜਾਣਾ। BP2 ਦੇ ਵਿੱਚ ਵੀ ਟਾਸਕ ਸਟੇਟਮੈਂਟ, ਐਕਸਪਲੇਨੇਸ਼ਨ, ਠੀਕ ਆ, ਤਾਂ ਐਗਜ਼ਾਮਪਲ, ਤਾਂ ਰਿਜ਼ਲਟ। ਜੇਕਰ ਤੁਸੀਂ BP1 ਦੇ ਵਿੱਚ ਐਗਜ਼ਾਮਪਲ ਦੇ ਇੱਕ ਸਰਵੇ ਪਾ ਦਿੱਤਾ, ਤਾਂ ਤੁਸੀਂ BP2 ਦੇ ਵਿੱਚ ਸਟੱਡੀ ਪਾ ਸਕਦੇ ਹੈਗੇ, ਠੀਕ ਆ। ਬਾਈ ਕਈ ਵਾਰੀ ਇੱਦਾਂ ਹੁੰਦਾ ਵਾ, ਹੈ ਨਾ, ਵੀ ਟਾਈਮ 'ਤੇ ਆਪਾਂ ਨੂੰ ਜਿਹੜੀ ਐਗਜ਼ਾਮਪਲ ਐਕੂਰੇਟ ਨਹੀਂ ਆਉਂਦੀ ਹੈਗੀ, ਤਾਂ ਤੁਸੀਂ ਕੰਡੀਸ਼ਨ ਵੀ ਪਾ ਸਕਦੇ ਆ, ਠੀਕ ਆ। ਤਾਂ ਬਟ ਕੋਸ਼ਿਸ਼ ਕਰੋ ਤੁਸੀਂ ਜਿਹੜੀ ਕੰਡੀਸ਼ਨ ਉਹ BP1 ਦੇ ਵਿੱਚ ਅਵੋਇਡ ਕਰੋ, ਤੁਸੀਂ BP2 ਦੇ ਵਿੱਚ ਪਾਓ, ਠੀਕ ਆ। BP1 ਦੇ ਵਿੱਚ ਤੁਸੀਂ ਐਗਜ਼ਾਮਪਲ ਹੀ ਰੱਖੋ, ਤਾਂ ਤੁਸੀਂ ਜਿਹੜੀ BP2 ਦੇ ਵਿੱਚ ਉੱਥੇ ਤੁਸੀਂ ਕੰਡੀਸ਼ਨ ਪਾ ਸਕਦੇ, ਕਨੈਕਟਰ ਸੇਮ ਐਗਜ਼ਾਮਪਲ ਵਾਲਾ ਹੀ ਲਾ ਕੇ। ਤਾਂ ਜਿਹੜੀ ਕੰਡੀਸ਼ਨ ਪਾ ਸਕਦੇ, ਕੰਡੀਸ਼ਨ ਲਾਈਕ ਜਿੱਦਾਂ ਇਫ ਐਂਡ ਦੈਨ ਵਾਲਾ ਸੈਂਟੈਂਸ ਬਣਾ ਕੇ ਆਪਾਂ, ਹੈ ਨਾ, ਵੀ ਜਿੱਦਾਂ ਜੇ ਇਹ ਹੋਇਆ ਤਾਂ ਇੱਦਾਂ ਹੋਊਗਾ, ਠੀਕ ਆ। ਤਾਂ ਇਸ ਤਰੀਕੇ ਨਾਲ ਤਾਂ ਪਾ ਸਕਦੇ। ਉਹ ਵੀ ਇਹ ਤੁਸੀਂ ਬਹੁਤ ਹੀ ਰੇਅਰ ਚਾਂਸ ਕਰਨਾ ਜਦੋਂ ਕਿ ਆਪਾਂ ਨੂੰ ਨਹੀਂ, ਹੈ ਨਾ, ਕੋਈ ਵੀ ਐਗਜ਼ਾਮਪਲ ਨਹੀਂ ਸੂਟੇਬਲ ਹੈਗੀ ਆਪਣੇ ਐਸੇ ਨਾਲ, ਤਾਂ ਦੈਨ ਆਪਾਂ ਇਹ ਜਿਹੜੀ ਕਰ ਸਕਦੇ ਹਾਂ। ਬਟ ਮੋਸਟ ਆਫ ਦਾ ਟਾਈਮ ਤੁਸੀਂ ਪ੍ਰੈਫਰੈਂਸ ਦੇਣੀ ਹੈਗੀ ਕਿ ਤੁਸੀਂ ਇੱਕ ਐਗਜ਼ਾਮਪਲ ਹੀ ਐਡ ਕਰੋ, ਲਾਈਕ ਸਰਵੇ ਜਾਂ ਸਟੱਡੀ, ਠੀਕ ਆ। ਤਾਂ ਅੱਜ ਆਪਾਂ ਜਿਹੜੀ ਇੱਕ ਕੰਡੀਸ਼ਨ ਵੀ ਤੁਹਾਨੂੰ ਦੱਸੂਗੀ ਕਿ ਕਿੱਦਾਂ ਜਿਹੜੀ ਆਪਾਂ ਐਡ ਕਰ ਸਕਦੇ ਹੋ, ਕੰਡੀਸ਼ਨ ਐਡ ਕਰਾਂਗੇ। ਤਾਂ ਚਲੋ ਹੁਣ ਆਪਾਂ ਚੱਲਦੇ ਹਾਂ ਕਨਕਲੂਜ਼ਨ 'ਤੇ, ਠੀਕ ਆ। ਤਾਂ ਕਨਕਲੂਜ਼ਨ ਕਿੱਦਾਂ ਕਰਨਾ ਆਪਾਂ, ਕਨਕਲੂਜ਼ਨ ਦੇ ਵਿੱਚ ਕੀ ਆਪਾਂ ਆਪਣਾ ਵਿਊ ਪੁਆਇੰਟ ਦੇਣਾ ਹੈਗਾ, ਲਾਈਕ ਇਹਨਾਂ ਨੇ ਆਪਾਂ ਨੂੰ ਪੁੱਛਿਆ ਕਿ ਪੋਜ਼ੀਟਿਵ ਔਰ ਨੈਗੇਟਿਵ, ਠੀਕ ਆ। ਆਪਾਂ ਆਪਣਾ ਵਿਊ ਪੁਆਇੰਟ ਦੇਣਾ ਹੈਗਾ ਵੀ ਹਾਂਜੀ ਮੈਂ ਕੀ ਕਹਿ ਰਿਹਾ, ਨੈਗੇਟਿਵ ਔਰ ਪੋਜ਼ੀਟਿਵ ਹੈ, ਠੀਕ ਆ। ਇਹ ਦੱਸ ਕੇ ਤਾਂ ਉਸ ਤੋਂ ਬਾਅਦ ਤੁਸੀਂ ਰੀਜ਼ਨ ਦੱਸ ਦੇਣੇ ਆ, ਠੀਕ ਆ, ਕਿਉਂ ਆ ਜਾਂ ਕਿੱਦਾਂ ਵੀ, ਜਿਵੇਂ ਸਾਰਾ ਥੋੜ੍ਹਾ ਜਿਹਾ ਐਕਸਪਲੇਨ ਕਰ ਦੇਣਾ ਕਨਕਲੂਜ਼ਨ ਦੇ ਵਿੱਚ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਸੈਂਪਲ ਆਂਸਰ ਦੀ। ਤਾਂ ਸੈਂਪਲ ਆਂਸਰ ਦੇ ਵਿੱਚ ਤੁਹਾਨੂੰ ਸਾਰਾ ਕੁਛ ਜਿਹੜਾ ਕਲੀਅਰ ਕੀਤਾ ਜਾਊਗਾ। ਤਾਂ ਹੁਣ ਚੱਲਦੇ ਹਾਂ। ਫਸਟ ਆਫ ਆਲ ਦੇਖ ਲੈਂਦੇ ਰੀਫਰੈਂਸ ਐਂਡ ਥੀਸਿਸ ਲਾਈਨ, ਇੰਟਰੋ ਆਪਣੇ ਕੋਲ, ਠੀਕ ਹੈ। ਐਟ ਪ੍ਰੈਜ਼ੈਂਟ
ਨਾਊਅਡੇਜ਼, ਠੀਕ ਆ। ਨਾਊਅਡੇਜ਼ ਹੁਣ ਕੀ ਹੈ, ਐਨ ਇੰਕਰੀਜ਼ਿੰਗ ਨੰਬਰ ਆਫ ਪੀਪਲ ਵਿਦ ਹੈਲਥ ਪ੍ਰੋਬਲਮਸ, ਠੀਕ ਆ। ਹੁਣ ਆਪਾਂ ਚੱਲਦੇ ਹੈਗੇ ਆ, ਇੰਸਟੈਡ ਆਫ ਰਿਸੀਵਿੰਗ ਟ੍ਰਡੀਸ਼ਨਲ ਮੈਡੀਕਲ ਕੇਅਰ ਫਰੋਮ ਹੈਲਥ ਐਕਸਪਰਟਸ, ਠੀਕ ਆ। ਇਹ ਜਿਹੜਾ ਸੈਂਟੈਂਸ ਆਪਾਂ ਨੂੰ ਪਿੱਛੇ ਮਿਲੂਗਾ, ਦੇਖਦੇ ਹਾਂ ਹੁਣ ਆਪਾਂ ਕੀ ਪਹਿਲਾਂ ਲਿਖਿਆ, ਇੰਸਟੈਡ ਆਫ ਰਿਸੀਵਿੰਗ ਅ ਟ੍ਰਡੀਸ਼ਨਲ ਮੈਡੀਕਲ ਕੇਅਰ ਫਰੋਮ ਹੈਲਥ ਐਕਸਪਰਟਸ, ਠੀਕ ਆ। ਤਾਂ ਆਪਾਂ ਨੂੰ ਇਹ ਇੰਨੀ ਲਾਈਨ ਤੋਂ ਬਾਅਦ ਦੱਸਿਆ ਟ੍ਰੀਟਮੈਂਟ ਰੈਦਰ ਦੈਨ ਵਿਜ਼ਿਟਿੰਗ ਦੇਅਰ ਨੋਰਮਲ ਡਾਕਟਰਸ, ਤਾਂ ਆਪਾਂ ਇਸ ਲਾਈਨ ਨੂੰ ਫਾਰਮ ਕੀਤਾ ਪਹਿਲਾਂ, ਵਿਜ਼ਿਟਿੰਗ ਦੇਅਰ ਨੋਰਮਲ ਡਾਕਟਰਸ, ਤਾਂ ਪਹਿਲਾਂ ਆਪਾਂ ਇਹ ਗੱਲ ਕਰ ਦਿੱਤੀ, ਠੀਕ ਆ। ਉੱਥੇ ਆਪਾਂ ਨੂੰ ਰੈਦਰ ਦੈਨ ਨਾ, ਤਾਂ ਆਪਾਂ ਇੱਥੇ ਕੀ ਇੰਸਟੈਡ, ਠੀਕ ਆ, ਬਜਾਏ ਕਿ ਉਹ ਟ੍ਰਡੀਸ਼ਨਲ ਮੈਡੀਕਲਸ ਜਿਹੜੇ ਕਰਨ ਫਰੋਮ ਹੈਲਥ ਐਕਸਪਰਟਸ ਤੋਂ, ਅ ਗਰੋਇੰਗ ਨੰਬਰ ਆਫ, ਉੱਥੇ ਇੰਕਰੀਜ਼ਿੰਗ ਨੰਬਰ ਆ ਤਾਂ ਆਪਾਂ ਕੀ ਲਾਤਾ ਇੱਥੇ, ਅ ਗਰੋਇੰਗ ਨੰਬਰ ਆਫ ਇੰਡੀਵਿਜੂਅਲਸ ਆਰ ਅਟੈਂਪਟਿੰਗ ਟੂ ਯੂਜ਼ ਡਿਫਰੈਂਟ ਵੇਜ਼ ਆਫ ਟਰੀਟਮੈਂਟ, ਠੀਕ ਆ। ਤਾਂ ਕੀ ਹੈ, ਜਿਹੜੇ ਬਹੁਤ ਸਾਰੇ ਲੋਕ ਕੀ ਆ ਉਹ ਅੱਜ ਕੱਲ੍ਹ ਡਿਫਰੈਂਟ ਜਿਹੜੇ ਵੇਜ਼ ਟਰੀਟਮੈਂਟ ਦੇ ਕਰਦੇ ਹੈਗੇ ਆ ਯੂਜ਼, ਅਤੇ ਵਿਦਾਊਟ ਕਿ ਉਹ ਹੈਲਥ ਐਕਸਪਰਟਸ ਤੋਂ ਕੋਈ ਵੀ ਟਰੀਟਮੈਂਟ ਲੈਣ, ਠੀਕ ਆ। ਤਾਂ ਹੁਣ ਆਪਾਂ ਕੀ ਕਰਦੇ ਹਾਂ, ਆਈ ਵਿਲ ਡਿਸਕਸ ਦ ਰੀਜ਼ਨ ਬਿਹਾਈਂਡ, ਇੱਥੇ ਆਪਾਂ ਜਿਹੜਾ ਆਪਦਾ ਵੀ ਥੀਸੀ ਲਾਈਨ ਦੇ ਵਿੱਚ ਆਪਣਾ ਦੱਸਣਾ ਹੁੰਦਾ ਨਾ ਕਿ ਮੈਂ ਕੀ ਕਰਨ ਜਾ ਰਿਹਾ, ਪਰਫੋਰਮ ਕੀ ਕਰਨਾ, ਥੀਸੀ ਲਾਈਨ 'ਚ ਇਹ ਕਲੀਅਰ ਕਰਨਾ ਹੁੰਦਾ। ਆਈ ਵਿਲ ਡਿਸਕਸ ਦ ਰੀਜ਼ਨਸ, ਜਾਂ ਤੁਸੀਂ ਇੱਥੇ ਇਹ ਵੀ ਲਿਖ ਸਕਦੇ ਦਿਸ ਐਸੇ ਵਿਲ, ਠੀਕ ਆ। ਜੇ ਤੁਸੀਂ ਆਈ ਨਹੀਂ ਕਰਨਾ ਕਿ ਮੈਂ ਨਹੀਂ ਕਰਨਾ, ਤੁਸੀਂ ਕਰ ਸਕਦੇ ਦਿਸ ਐਸੇ ਵਿਲ ਡਿਸਕਸ ਦ ਰੀਜ਼ਨਸ ਬਿਹਾਈਂਡ ਵਾਈ ਆਈ ਥਿੰਕ ਇਟ ਇਜ਼ ਅ ਡਿਸਟਰਕਟਿਵ ਪ੍ਰੋਗਰੈਸ। ਹੁਣ ਆਪਾਂ ਤੀਸਰੀ ਲਾਈਨ 'ਤੇ ਵੇਖਦੇ ਹਾਂ ਕਿ ਕਿੱਦਾਂ ਇਹ ਤੁਸੀਂ ਇੱਕ ਰੱਖ ਲਓ, ਜਦੋਂ ਵੀ ਤੁਹਾਨੂੰ ਨੈਗੇਟਿਵ ਔਰ ਪੋਜ਼ੀਟਿਵ ਆ ਗਿਆ ਹੈ ਨਾ, ਤਾਂ ਤੁਸੀਂ ਇਹ ਜਿਹੜੀ ਆਪਣੀ ਤੀਸਰੀ ਲਾਈਨ ਹੈਗੀ ਐਡ ਕਰ ਸਕਦੇ ਆ, ਇਹ ਤੁਸੀਂ ਰੱਖ ਸਕਦੇ ਆ। ਦੇਖੋ, ਆਈ ਵਿਲ ਡਿਸਕਸ ਦ ਰੀਜ਼ਨਸ, ਮੈਂ ਰੀਜ਼ਨ ਡਿਸਕਸ ਕਰੂੰਗਾ। ਕੁਐਸਚਨ ਫਾਰਮ ਦਾ ਕੀਤਾ, ਇੱਕ ਸੈਂਟੈਂਸ ਟਾਈਪ ਆ ਗਈ ਆਪਣੇ ਕੋਲੇ, ਆਪਾਂ ਕੁਐਸਚਨ ਫਾਰਮ ਕਿਵੇਂ ਕਰ ਦਿੱਤੀ ਹੈਗੀ, ਵਾਈ ਆਈ ਥਿੰਕ ਇਟ ਇਜ਼ ਅ ਡਿਸਟਰਕਟਿਵ ਪ੍ਰੋਗਰੈਸ। ਤਾਂ ਹੁਣ ਆਪਾਂ ਵਕੈਬ ਵੀ ਐਡ ਕਰ ਦਿੱਤੀ, ਇੱਕ ਤਾਂ ਆਪਣੇ ਕੋਲ ਜਿਹੜੀ ਸੈਂਟੈਂਸ ਵੇਰੀਏਸ਼ਨ ਹੋ ਗਈ ਕਿ ਆਪਾਂ ਜਿਹੜਾ ਕੁਐਸਚਨ ਫਾਰਮ ਪਾ ਦਿੱਤਾ ਹੈ ਨਾ ਵਾਈ ਵਾਲਾ, ਤਾਂ ਇੱਕ ਆਪਣੇ ਕੋਲੇ ਹੋ ਗਈ ਡਿਸਟਰਕਟਿਵ ਪ੍ਰੋਗਰੈਸ ਵਕੈਬ। ਦੇਖੋ, ਡਿਸਟਰਕਟਿਵ ਵੀ ਜਿਹੜੀ ਆਪਾਂ ਕੀ ਕਿਹਾ ਹੈਗਾ ਵੀ ਇਹ ਇੱਕ ਕੀ ਹੈ, ਨੈਗੇਟਿਵ ਹੈਗੀ ਹੈ, ਠੀਕ ਆ। ਅਤੇ ਆਪਾਂ ਜਿਹੜੀ ਨੈਗੇਟਿਵ ਡਿਵੈਲਪਮੈਂਟ ਨੂੰ ਕੀ ਕਹਿ ਰਹੇ ਹਾਂ, ਡਿਸਟਰਕਟਿਵ, ਠੀਕ ਹੈ। ਜੇ ਪੋਜ਼ੀਟਿਵ ਹੁੰਦੀ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕੰਸਟਰਕਟਿਵ, ਠੀਕ ਆ। ਅਤੇ ਇਸ ਲਈ ਤੁਸੀਂ ਇਹ ਵਰਡ ਚੇਂਜ ਕਰਨਾ ਜੇ ਤੁਸੀਂ ਨੈਗੇਟਿਵ ਔਰ ਪੋਜ਼ੀਟਿਵ ਵੱਲੋਂ, ਬਾਕੀ ਤੁਸੀਂ ਜਿਹੜੀ ਤੀਸਰੀ ਲਾਈਨ ਸੇਮ ਐਜ਼ ਲਿਖ ਸਕਦੇ ਆ, ਠੀਕ ਆ। ਤਾਂ ਇੱਦਾਂ ਤਾਂ ਆਪਣੀ ਜਿਹੜੀ ਹੋ ਗਈ ਇੰਟਰੋ। ਇੰਟਰੋ ਦੇ ਵਿੱਚ ਆਪਾਂ ਦੇਖੋ ਰੈਦਰ ਦੈਨ ਦੀ ਜਗ੍ਹਾ 'ਤੇ ਇੰਸਟੈਡ ਆਫ ਕਰ ਦਿੱਤਾ, ਟ੍ਰਡੀਸ਼ਨਲ ਮੈਡੀਕਲ ਕੇਅਰ ਕਰ ਦਿੱਤਾ, ਉੱਥੇ ਆਪਣਾ ਟਰੀਟਮੈਂਟ ਸੀਗਾ ਹੈ ਨਾ। ਤਾਂ ਇੱਥੇ ਆਪਣਾ ਹੈਲਥ ਐਕਸਪਰਟ ਕਰਤਾ, ਉੱਥੇ ਡਾਕਟਰ ਸੀਗੇ, ਆਪਾਂ ਨੂੰ ਇੰਕਰੀਜ਼ਿੰਗ ਨੰਬਰ ਮਿਲਿਆ ਸੀ ਸਟੇਟਮੈਂਟ ਦੇ ਵਿੱਚ, ਆਪਾਂ ਗਰੋਇੰਗ ਨੰਬਰ ਕਰ ਦਿੱਤਾ ਹੈ ਨਾ। ਤਾਂ ਆਪਾਂ ਜਿਹੜਾ ਡਿਫਰੈਂਟ ਕਰ ਦਿੱਤਾ, ਜਿਹੜੀ ਤੀਸਰੀ ਲਾਈਨ ਬਿਲਕੁਲ ਡਿਫਰੈਂਟ ਹੋ ਗਈ ਆਪਣੀ, ਠੀਕ ਆ। ਤਾਂ ਇਸ ਤਰ੍ਹਾਂ ਆਪਾਂ ਜਿਹੜੀ ਇੰਟਰੋ ਬਣਾਉਣੀ ਹੈ, ਤੁਸੀਂ ਜਿਹੜੇ ਵੀ ਤਰੀਕੇ ਨਾਲ ਬਣਾ ਰਹੇ ਆ ਬਸ ਸਹੀ ਹੈਗੀ ਆ, ਬਟ ਤੁਸੀਂ ਕੋਸ਼ਿਸ਼ ਕਰੋ ਕਿ ਵਕੈਬ ਐਡ ਕਰਨੀ ਹੈ, ਜਿਹੜੇ ਆਪਾਂ ਨੂੰ ਉਹਦੇ ਵਿੱਚ ਮਿਲ ਗਏ ਸਟੇਟਮੈਂਟ ਦੇ ਅਵੋਇਡ ਕਰੋ ਕਿ ਨਹੀਂ ਆਪਾਂ ਲਿਖਣੇ ਹੈਗੇ, ਠੀਕ ਆ। ਅਤੇ ਇੱਕ ਅੱਧਾ ਲਿਖਿਆ ਜਾਵੇ ਕੋਈ ਇਸ਼ੂ ਨਹੀਂ ਹੈਗਾ ਗਾ, ਜੇ ਇੱਕ ਦਾ ਨਹੀਂ ਪਤਾ ਤਾਂ ਤੁਸੀਂ ਲਿਖ ਸਕਦੇ ਇੱਕ ਜਾਂ ਦੋ ਦਾ, ਬਟ ਕੋਸ਼ਿਸ਼ ਕਰੋ ਕਿ ਜੇ ਪਤਾ ਹੈਗਾ ਤਾਂ ਆਪਾਂ ਨਹੀਂ ਲਿਖਣੇ ਹੈਗੇ ਸੇਮ। ਅਤੇ ਹੁਣ ਆਪਾਂ ਜੇ ਕਰੀਏ ਤੀਸਰੀ ਲਾਈਨ ਦੀ, ਤੀਸਰੀ ਲਾਈਨ ਤੁਸੀਂ ਸੇਮ ਰੱਖ ਸਕਦੇ ਹੋ ਨੈਗੇਟਿਵ ਔਰ ਪੋਜ਼ੀਟਿਵ ਡਿਵੈਲਪਮੈਂਟ ਦੇ ਐਸੇ ਲਈ, ਠੀਕ ਆ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਆ ਫਸਟ ਐਸੇ ਦੀ। ਦੇਖੋ, ਜੇ ਆਪਾਂ ਹੁਣ ਇਹਦੇ ਵਾਲੀ ਨੈਗੇਟਿਵ ਗਏ ਹੈਗੇ ਆ, ਨੈਗੇਟਿਵ ਡਿਵੈਲਪਮੈਂਟ ਆਪਾਂ ਕਹਿ ਦਿੱਤਾ ਨੈਗੇਟਿਵ ਆ, ਅਤੇ ਹੁਣ ਆਪਾਂ ਨੂੰ BP1 ਅਤੇ BP2 ਦੇ ਵਿੱਚ ਕੋਈ ਇੱਦਾਂ ਦਾ ਇੱਕ ਸੋਲਿਡ ਆਈਡੀਆ ਚਾਹੀਦਾ ਕਿ ਕਿਉਂ ਨੈਗੇਟਿਵ ਆ ਇਹ, ਠੀਕ ਆ। ਪਹਿਲੀ ਨੈਗੇਟਿਵ ਹੁਣ ਆਪਾਂ ਦੇਖ ਲੈਂਦੇ, ਪਹਿਲੀ ਆਪਾਂ BP1 ਦੇ ਵਿੱਚ ਕੀ ਕੀਤਾ ਵਾ, ਦੇਖਿਆ ਟੂ ਬਿਗਨ ਵਿਦ, ਪਹਿਲਾਂ ਤਾਂ ਕਨੈਕਟਰ ਯੂਜ਼ ਕਰਨੇ ਆ, ਠੀਕ ਆ। ਪਹਿਲਾਂ ਦੇਖੋ, ਕੋਸ਼ਿਸ਼ ਕਰੋ ਕਿ ਜਿਹੜੇ BP ਦੇ ਵਿੱਚ ਤੁਸੀਂ 1 ਦੇ ਵਿੱਚ ਕਨੈਕਟਰ ਯੂਜ਼ ਕਰਦੇ ਤੇ 4 ਔਰ 5, ਠੀਕ ਆ, ਇੰਨੇ ਹੀ ਕਰਨੇ ਆ 4 ਔਰ 5, ਠੀਕ ਆ। ਤਾਂ ਫਿਰ ਤੁਸੀਂ BP2 ਦੇ ਵਿੱਚ ਉਹ 4 ਐਂਡ 5 ਨਹੀਂ ਕਰਨੇ, ਉਹ ਤੋਂ ਜਿਹੜੇ ਵੱਖਰੇ ਕਰਨੇ ਹੈਗੇ ਆ, ਠੀਕ ਆ। ਲਾਈਕ ਹੁਣ ਇੱਥੇ ਆਪਾਂ ਦੱਸੋਗੇ ਵੀ ਕਿਹੜਾ ਤੁਸੀਂ ਕਿਹੜੇ ਲਈ ਸੂਟੇਬਲ ਹੈਗਾ ਉਹ ਕਰ ਸਕਦੇ ਆ। ਟੂ ਬਿਗਨ ਵਿਦ ਹਮੇਸ਼ਾ ਉਦੋਂ ਕਰਨਾ ਜਦੋਂ BP ਸਟਾਰਟ ਕਰਨ ਲੱਗੇ, ਉਹ ਵੀ ਫਸਟ, ਠੀਕ ਆ। ਦੇਰ ਆਰ ਸੈਵਰਲ ਰੀਜ਼ਨਸ, ਬਹੁਤ ਸਾਰੇ ਰੀਜ਼ਨ ਹੈਗੇ ਆ ਵਾਈ ਫਾਈਂਡਿੰਗਸ ਅਲਟਰਨੇਟਿਵ ਮੈਡੀਕਲ ਟਰੀਟਮੈਂਟ ਬਾਈ ਪੇਸ਼ੈਂਟਸ ਹੈਜ਼ ਨੈਗੇਟਿਵ ਇੰਪੈਕਟ, ਠੀਕ ਆ। ਤਾਂ ਦੇਖੋ, ਹੁਣ ਆਪਾਂ ਜਿਹੜੀ ਮਤਲਬ ਕਿ ਸਿਹਤ ਦੀ ਗੱਲ ਕਰ ਰਹੇ ਹਾਂ, ਹੈਲਥ ਦੀ ਗੱਲ ਕਰ ਰਹੇ ਹਾਂ, ਤਾਂ ਆਪਾਂ ਹਰ ਜਗ੍ਹਾ 'ਤੇ ਪੀਪਲ ਇੰਡੀਵਿਜੂਅਲ ਲਿਖਣ ਦੀ ਜਗ੍ਹਾ 'ਤੇ ਹੈ ਨਾ, ਤਾਂ ਪੇਸ਼ੈਂਟਸ ਲਿਖਤਾ, ਲਾਈਕ ਜਿਹਦੇ ਕੋਲ ਮਤਲਬ ਜਿਹਨੂੰ ਕੋਈ ਹੈਗੀ ਆ ਨਾ ਡਿਸੀਜ਼ ਹੈਗੀ ਆ ਜਾਂ ਕੁਛ ਵੀ ਆ, ਤਾਂ ਉਹਨੂੰ ਉਹ ਪੇਸ਼ੈਂਟ ਹੀ ਹੋਊਗਾ ਹੈ ਨਾ, ਤਾਂ ਇਸ ਲਈ ਆਪਾਂ ਪੇਸ਼ੈਂਟ ਲਿਖਤਾ। ਦੇਰ ਆਰ ਸੈਵਰਲ ਰੀਜ਼ਨ ਵਾਈ ਫਾਈਂਡਿੰਗ ਅਲਟਰਨੇਟਿਵ ਮੈਡੀਕਲ ਟਰੀਟਮੈਂਟ ਬਾਈ ਪੇਸ਼ੈਂਟਸ ਹੈਜ਼ ਨੈਗੇਟਿਵ ਇੰਪੈਕਟ। ਉਹ ਕਹਿੰਦਾ ਵੀ ਇਹ ਇੱਕ ਬੇਸਿਕ ਲਾਈਨ ਆ, ਠੀਕ ਆ, ਤੁਸੀਂ ਇਹਨੂੰ ਅਵੋਇਡ ਵੀ ਕਰ ਸਕਦੇ ਆ, ਲਿਖਣੀ ਹੈ ਤਾਂ ਬਹੁਤ ਵਧੀਆ, ਕਿਉਂਕਿ ਇਹ ਜਿਹੜਾ ਤੁਹਾਡੇ ਐਸੇ ਨੂੰ ਇੱਕ ਵਧੀਆ ਸਟਰਕਚਰ ਕਰ ਦਿੰਦਾ ਹੈਗਾ, ਸੋਹਣਾ ਲੱਗਦਾ ਹੈ ਲਿਖਿਆ, ਠੀਕ ਆ। ਬੇਸਿਕਲੀ ਆਪਾਂ ਇਹ ਕਹਿ ਸਕਦੇ ਹਾਂ ਦੇਰ ਆਰ ਸੈਵਰਲ ਰੀਜ਼ਨ, ਉਹ ਕਹਿੰਦਾ ਬਹੁਤ ਸਾਰੇ ਜਿਹੜੇ ਰੀਜ਼ਨ ਹੈਗੇ ਆ ਕਿਉਂ ਜਿਹੜੇ ਅਲਟਰਨੇਟਿਵ ਮੈਡੀਕਲ ਟਰੀਟਮੈਂਟ ਬਾਈ ਪੇਸ਼ੈਂਟਸ ਹੈ ਨੈਗੇਟਿਵ ਇੰਪੈਕਟ, ਪੇਸ਼ੈਂਟ ਜਿਹੜੇ ਆਪਦੇ ਆਪ ਹੀ ਜਾਣੀ ਕਿ ਲੋਕ ਲੈ ਲੈਂਦੇ ਹੈਗੇ ਆ, ਤਾਂ ਉਹਦੇ ਕਾਹਤੋਂ ਨੈਗੇਟਿਵ ਇੰਪੈਕਟ ਹੈਗੇ ਆ, ਠੀਕ ਆ। ਤਾਂ ਹੁਣ ਆਪਾਂ ਟਾਸਕ ਸਟੇਟਮੈਂਟ ਦੱਸਣ ਜਾ ਰਹੇ ਹਾਂ, ਕਿਉਂਕਿ BP1 ਦਾ ਸਟਰਕਚਰ ਆਪਣੇ ਕੋਲ ਕੀ ਹੈ, ਟਾਸਕ ਸਟੇਟਮੈਂਟ, ਐਕਸਪਲੇਨੇਸ਼ਨ, ਐਗਜ਼ਾਮਪਲ ਐਂਡ ਰਿਜ਼ਲਟ, ਠੀਕ ਆ। ਹੁਣ ਚੱਲਦੇ ਹਾਂ ਫਸਟ ਐਂਡ ਫੋਰਮੋਸਟ। ਤਾਂ ਪਹਿਲਾ ਜਿਹੜਾ ਹੈਗਾ ਗਾ ਉਹ ਕੀ ਆ, ਇਜ਼ ਦੈਟ no one can possibly know more about pills, ਠੀਕ ਆ। ਤਾਂ ਉਹ ਕੀ ਕਹਿ ਰਿਹਾ, ਜਿਹੜਾ ਫਸਟ ਤੇ ਫੋਰਮੋਸਟ ਕੀ ਆ, ਜਿਹੜਾ
ਬਹੁਤ ਜਾਣੀ ਕਿ ਨੋ ਵਨ ਕੋਈ ਵੀ ਜਿਹੜਾ ਪੋਸੀਬਲੀ ਨਹੀਂ ਜਾਣ ਸਕਦਾ ਮੋਰ ਅਬਾਊਟ ਪਿਲਸ, ਠੀਕ ਆ, ਮਤਲਬ ਕਿ ਮੈਡੀਸਨ ਬਾਰੇ, ਜਿੱਦਾਂ ਕਿ ਆਪਾਂ ਕਹਿੰਦੇ ਗੋਲੀਆਂ ਜਾਂ ਕੁਛ ਵੀ ਆ ਹੈ ਨਾ, ਤਾਂ ਉਹਨਾਂ ਬਾਰੇ ਜਿਹੜਾ ਨਹੀਂ ਜਾਣ ਸਕਦੇ ਐਜ਼ ਕੰਪੇਅਰ ਟੂ ਹੈਲਥ ਐਕਸਪਰਟਸ। ਜਿਹੜੇ ਹੈਲਥ ਐਕਸਪਰਟਸ ਹੈਗੇ ਆ ਉਹਨਾਂ ਨਾਲੋਂ ਵੱਧ ਕੋਈ ਵੀ ਨਹੀਂ ਜਾਣ ਸਕਦਾ ਆਪਣੇ ਪਿਲਸ ਬਾਰੇ, ਠੀਕ ਆ, ਉਹਨਾਂ ਕੋਲ ਨੌਲੇਜ ਨਹੀਂ ਹੁੰਦੀ ਇਹਨਾਂ। ਇੱਕ ਜਿਹੜਾ ਨੋਰਮਲ ਮਤਲਬ ਹਿਊਮਨ ਹੈਗਾ ਉਹਨੂੰ ਨਹੀਂ ਪਤਾ ਹੋਊਗਾ, ਕਿਉਂਕਿ ਹੈਲਥ ਐਕਸਪਰਟਸ ਨੇ ਤਾਂ ਸਟੱਡੀ ਕੀਤੀ ਹੁੰਦੀ, ਉਹਨਾਂ ਨੂੰ ਪਤਾ ਹੁੰਦਾ, ਠੀਕ ਆ, ਕਿ ਵੀ ਇਸ ਜਿਹੜੀ ਮੈਡੀਸਨ ਹੈਗੀ ਇਸ ਲਈ ਐਕੂਰੇਟ ਹੈਗੀ ਹੈ, ਠੀਕ ਆ। ਤਾਂ ਇਸ ਤਰੀਕੇ ਨਾਲ ਆਪਾਂ ਜਿਹੜਾ ਪਹਿਲੀ ਟਾਸਕ ਸਟੇਟਮੈਂਟ ਵਿੱਚ ਇਹ ਕਹਿ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਮਤਲਬ ਕਿਹੜੀ ਪਿਲਸ ਲੈਣੀ ਹੈਗੀ ਜਾਂ ਨਹੀਂ ਐਜ਼ ਕੰਪੇਅਰ ਟੂ ਹੈਲਥ ਐਕਸਪਰਟਸ। ਦੇਖੋ ਹੁਣ ਸੈਂਟੈਂਸ ਵੇਰੀਏਸ਼ਨ ਆ ਗਈ ਆਪਣੀ ਫਸਟ ਟਾਸਕ ਸਟੇਟਮੈਂਟ ਦੇ ਵਿੱਚ ਹੀ, ਕਿਉਂਕਿ ਆਪਾਂ ਐਜ਼ ਕੰਪੇਅਰ ਟੂ ਲਿਖ ਦਿੱਤਾ, ਠੀਕ ਆ। ਤਾਂ ਡਾਕਟਰ ਦੀ ਜਗ੍ਹਾ ਤੇ ਆਪਾਂ ਵਕੈਬ ਦੇਖੋ ਐਡ ਕਰ ਰਹੇ ਹੈਲਥ ਐਕਸਪਰਟਸ। ਟ੍ਰੀਟਮੈਂਟ ਹਰ ਜਗ੍ਹਾ ਤੇ ਟ੍ਰੀਟਮੈਂਟ ਕਹਿਣ ਦੀ ਜਗ੍ਹਾ ਤੇ ਹੁਣ ਆਪਾਂ ਇੱਥੇ ਪਿਲਸ ਵਰਡ ਯੂਜ਼ ਕਰ ਲਿਆ, ਠੀਕ ਆ, ਮੈਡੀਸਿਨਸ ਲਈ। ਤਾਂ ਇਸ ਤਰੀਕੇ ਨਾਲ ਥੋੜ੍ਹਾ ਵਕੈਬ ਦਾ ਮੀਨਿੰਗ ਇਹ ਨਹੀਂ ਹੈਗਾ ਕਿ ਡਿਫੀਕਲਟ ਵਰਡ ਤੁਸੀਂ ਜਿਹੜੇ ਯੂਜ਼ ਕਰੋ, ਤਾਂ ਬਟ ਇਹ ਗੱਲ ਹੈਗੀ ਆ ਕਿ ਤੁਸੀਂ ਜਿਹੜੇ ਈਜ਼ੀ ਵਰਡਸ ਨਾਲ ਵੀ ਵਕੈਬ ਐਡ ਕਰ ਸਕਦੇ ਆ, ਬਸ ਵਰਡ ਥੋੜ੍ਹੇ ਡਿਫਰੈਂਟ ਹੋਣੇ ਚਾਹੀਦੇ ਆ, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹਾਂ ਟੂ ਇਲੈਬੋਰੇਟ ਇਟ। ਹੁਣ ਇਹਦੀ ਜਿਹੜੀ ਟਾਸਕ ਸਟੇਟਮੈਂਟ ਹੋ ਗਈ, ਹੁਣ ਐਕਸਪਲੇਨੇਸ਼ਨ ਆ ਗਈ। ਐਕਸਪਲੇਨੇਸ਼ਨ ਲਈ ਕੀ ਕੀਤਾ ਆਪਾਂ, ਟੂ ਐਲੈਬੋਰੇਟ ਇਟ, ਇਹਨੂੰ ਐਲੈਬੋਰੇਟ ਕਰਨ ਜਾ ਰਹੇ ਹਾਂ, ਠੀਕ ਆ, ਮਤਲਬ ਕਰੈਕਟਰ ਲਾ ਲਿਆ, ਕੌਮਾ ਯੂਜ਼ ਕਰ ਲਿਆ, ਠੀਕ ਆ। ਡਾਕਟਰਸ ਨੌਲੇਜ ਇਜ਼ ਇਨਫਿਨਿਟਲੀ ਗ੍ਰੇਟਰ ਐਂਡ broader than normal people due to their devotion of their study for several years, ਠੀਕ ਆ। ਤਾਂ ਐਕਸਪਲੇਨੇਸ਼ਨ ਵਿੱਚ ਕੀ ਕਹਿੰਦਾ ਕਿ ਡਾਕਟਰ ਦੀ ਨੌਲੇਜ ਆ ਉਹ ਜ਼ਿਆਦਾ ਹੁੰਦੀ ਆ, ਗ੍ਰੇਟਰ ਹੁੰਦੀ ਆ, broaden ਹੁੰਦੀ ਹੈ ਦੈਨ ਨੋਰਮਲ ਪੀਪਲ। ਦੇਖੋ ਪਹਿਲਾਂ ਆਪਾਂ ਐਜ਼ ਕੰਪੇਅਰ ਟੂ ਹੈਲਥ ਐਕਸਪਰਟਸ ਲਾਇਆ ਸੀ ਨਾ ਟਾਸਕ ਸਟੇਟਮੈਂਟ ਦੇ ਵਿੱਚ, ਠੀਕ ਆ। ਆਪਾਂ ਜਿਹੜੀ ਸੈਂਟੈਂਸ ਵੇਰੀਏਸ਼ਨ ਕੀ ਕੀਤੀ ਸੀ ਕਿ ਕੰਪੈਰੀਜ਼ਨ ਕਰਕੇ ਐਜ਼ ਕੰਪੇਅਰ ਟੂ। ਹੁਣ ਆਪਾਂ ਫਿਰ ਕੰਪੈਰੀਜ਼ਨ ਹੀ ਕਰ ਰਹੇ ਹਾਂ, ਹੈ ਨਾ, ਕਿ ਜਿਹੜੀ ਮਤਲਬ ਡਾਕਟਰਸ ਦੀ ਜ਼ਿਆਦਾ ਨੌਲੇਜ ਹੁੰਦੀ ਆ ਐਜ਼ ਕੰਪੇਅਰ ਟੂ ਜਿਹੜੇ ਅਦਰ ਪੀਪਲ ਹੁੰਦੇ ਆ। ਤਾਂ ਇੱਥੇ ਆਪਾਂ ਜਿਹੜਾ ਐਜ਼ ਕੰਪੇਅਰ ਟੂ ਨਹੀਂ ਯੂਜ਼ ਕਰ ਰਹੇ, ਆਪਾਂ ਕੀ ਇੱਥੇ ਕਰ ਰਹੇ ਹਾਂ ਦੈਨ, ਉਹ ਵੀ ਕੰਪੈਰੀਜ਼ਨ ਲਈ ਆਪਾਂ ਯੂਜ਼ ਕਰਦੇ ਹਾਂ ਨਾ, ਤਾਂ ਦੈਨ ਆਪਾਂ ਯੂਜ਼ ਕਰ ਲਏ ਨਾ। ਸੈਂਟੈਂਸ ਵੇਰੀਏਸ਼ਨਸ ਆ ਰਹੀਆਂ ਆਪਣੀਆਂ, ਠੀਕ ਆ। ਤਾਂ ਡਾਕਟਰ ਨੌਲੇਜ ਇਜ਼ ਇੰਟੀਗ੍ਰੇਟਡ ਐਂਡ broader ਦੈਨ ਨੋਰਮਲ ਪੀਪਲ, ਤਾਂ ਜਿਹੜੇ ਨੋਰਮਲ ਪੀਪਲ ਨਾਲੋਂ ਜ਼ਿਆਦਾ ਹੁੰਦੀ ਡਿਊ ਟੂ ਦੇਅਰ, ਕਾਹਦੇ ਕਰਕੇ, ਕਾਰਨ ਵੀ ਦੱਸਿਆ, ਡਿਊ ਟੂ ਦੇਅਰ ਡਿਵੋਸ਼ਨ ਟੂ ਦੇਅਰ ਸਟੱਡੀ। ਤਾਂ ਉਹਨਾਂ ਦਾ ਸਟੱਡੀ ਨੂੰ ਜਿਹੜਾ ਡਿਵੋਸ਼ਨ ਹੁੰਦਾ ਇੰਨੇ ਸਾਲਾਂ ਦਾ, ਫॉर ਸੈਵਰਲ ਈਅਰਸ, ਠੀਕ ਆ, ਕਿੰਨੇ ਸਾਲ ਸਪੈਂਡ ਕਰਦੇ ਆ ਡਾਕਟਰਸ ਆਪਣੀ ਸਟੱਡੀ 'ਤੇ, ਦੈਟਸ ਵਾਈ ਉਹਨਾਂ ਕੋਲ ਬਹੁਤ ਜ਼ਿਆਦਾ ਨੌਲੇਜ ਹੁੰਦੀ ਹੈ, ਠੀਕ ਆ। ਤਾਂ ਇਹ ਆਪਾਂ ਜਿਹੜਾ ਐਕਸਪਲੇਨੇਸ਼ਨ ਕਰ ਦਿੱਤੀ। ਆਪਾਂ ਜਿਹੜਾ ਰੀਜ਼ਨ ਦੱਸ ਰਹੇ ਹਾਂ ਕਿ ਕਿਉਂ ਜਿਹੜੇ ਲੋਕਾਂ ਨੂੰ ਨੈਗੇਟਿਵ ਇੰਪੈਕਟ ਹੈਗੇ ਆ ਮਤਲਬ ਪੇਸ਼ੈਂਟਸ 'ਤੇ ਜੇ ਉਹ ਆਪ ਲੈਂਦੇ ਹੈਗੇ ਆ, ਅਤੇ ਇਸ ਲਈ ਆਪਾਂ ਕੀ ਕਰ ਦਿੱਤਾ ਕਿ ਡਾਕਟਰਸ ਦੱਸ ਦਿੱਤਾ ਕਿ ਨੌਲੇਜ ਉਹਨਾਂ ਕੋਲ ਜ਼ਿਆਦਾ ਹੁੰਦੀ ਹੈ ਡਾਕਟਰਸ ਕੋਲ, ਇਸ ਲਈ ਜ਼ਿਆਦਾ ਜ਼ਰੂਰੀ ਹੈਗਾ ਗਾ ਕਿ ਆਪ ਡਾਕਟਰਸ ਤੋਂ ਲਈ ਜਾਵੇ, ਠੀਕ ਆ। ਹੁਣ ਆਪਾਂ ਐਗਜ਼ਾਮਪਲ ਦੇਣ ਲੱਗੇ ਹਾਂ। ਹੁਣ ਆਪਾਂ ਇਹਦੇ ਵਿੱਚ ਕੀ ਸਰਵੇ ਪਾਵਾਂਗੇ, BP1 ਵਿੱਚ ਸਰਵੇ ਜਾਂ ਸਟੱਡੀ ਪਾਓ ਤੁਸੀਂ, BP2 ਦੇ ਵਿੱਚ ਇਫ ਬਹੁਤ ਰੇਅਰ ਚਾਂਸ ਜੇ ਤੁਹਾਨੂੰ ਨਹੀਂ ਮਤਲਬ ਐਕੂਰੇਟ ਐਗਜ਼ਾਮਪਲ ਨਹੀਂ ਤੁਹਾਡੀ ਸੂਟੇਬਲ ਹੈਗੀ ਕਿ ਐਸੇ ਨਾਲ, ਦੈਨ ਤੁਸੀਂ ਜਿਹੜੇ ਕੰਡੀਸ਼ਨ ਯੂਜ਼ ਕਰ ਸਕਦੇ ਉਹ ਵੀ BP2 ਦੇ ਵਿੱਚ, BP1 ਦੇ ਵਿੱਚ ਨਹੀਂ। ਫੋਰ ਐਗਜ਼ਾਮਪਲ ਇੱਕ ਜਿਹੜੀ ਐਗਜ਼ਾਮਪਲ ਪਾ ਰਹੇ ਆ, ਅ ਸਰਵੇ ਵਾਜ਼ ਕੰਡਕਟਡ ਬਾਈ ਵਰਲਡ ਹੈਲਥ ਆਰਗੇਨਾਈਜੇਸ਼ਨ। ਦੇਖੋ ਆਪਾਂ ਹੈਲਥ ਦੇ ਰਿਲੇਟਡ ਕਰ ਰਹੇ ਹਾਂ, ਹੈ ਨਾ, ਤਾਂ ਤੁਸੀਂ ਕੋਈ ਵੀ ਸਰਵੇ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਪਾ ਸਕਦੇ ਆ, ਠੀਕ ਹੈ, ਕਿਉਂਕਿ ਹੈਲਥ ਨਾਲ ਰਿਲੇਟਡ ਹੋ ਰਿਹਾ ਆਪਣਾ ਐਸੇ। ਫਾਊਂਡ ਦੈਟ, ਉਹਨਾਂ ਨੇ ਕੀ ਫਾਊਂਡ ਕੀਤਾ ਕਿ ਹੈਲਥ ਐਕਸਪਰਟਸ ਹੈਵ ਸੈਵਰਲ ਈਅਰ ਐਕਸਪੀਰੀਅੰਸ, ਕਿ ਜਿਹੜਾ ਹੈਲਥ ਐਕਸਪਰਟ ਆ ਉਹਨਾਂ ਕੋਲ ਸੈਵਰਲ ਈਅਰ ਦਾ ਐਕਸਪੀਰੀਅੰਸ ਹੁੰਦਾ ਵਾ ਅਬਾਊਟ ਮੈਡੀਕਲ ਟਰੀਟਮੈਂਟਸ ਐਜ਼ ਵੈਲ ਐਜ਼ ਦੇਅਰ ਇੰਪੈਕਟ ਔਨ ਹੈਲਥ। ਤਾਂ ਉਹਨਾਂ ਕੋਲ ਸੈਵਰਲ ਈਅਰ ਦਾ ਐਕਸਪੀਰੀਅੰਸ ਹੁੰਦਾ ਵਾ ਕਾਹਦੇ ਬਾਰੇ, ਮੈਡੀਕਲ ਟਰੀਟਮੈਂਟਸ ਬਾਰੇ, ਐਜ਼ ਵੈਲ ਐਜ਼ ਦੇਅਰ ਇੰਪੈਕਟ ਔਨ ਹੈਲਥ, ਕਿ ਇਸ ਟਰੀਟਮੈਂਟ ਦਾ ਇਹ ਵਾਲਾ ਇੰਪੈਕਟ ਹੋਊਗਾ ਹੈਲਥ 'ਤੇ, ਠੀਕ ਆ। ਇਹ ਐਗਜ਼ਾਮਪਲ ਨੇ, ਇਹ ਸਰਵੇ ਨੇ ਜਿਹੜਾ ਪ੍ਰੂਵ ਕੀਤਾ ਹੋਇਆ ਵਾ। ਹੁਣ ਆ ਗਈ ਆਪਣੀ ਐਗਜ਼ਾਮਪਲ, ਐਂਡ 'ਤੇ ਆਪਾਂ ਕੀ ਕਰਨਾ, ਰਿਜ਼ਲਟ ਕੱਢ ਦੇਣਾ, ਠੀਕ ਆ। ਦੇਖੋ ਹੁਣ BP1 ਦਾ ਸਟਰਕਚਰ ਆਪਣਾ ਕੀ ਸੀ, ਟਾਸਕ ਸਟੇਟਮੈਂਟ ਹੋ ਗਈ, ਬੇਸਿਕ ਲਾਈਨ ਪਹਿਲਾਂ ਆਪਾਂ ਸਟਾਰਟ ਕੀਤੀ ਹੈਗੀ ਹੈ, ਠੀਕ ਹੈ, ਬੇਸਿਕ ਲਾਈਨ, ਦੈਨ ਆਪਾਂ ਕੀ ਕੀਤਾ ਸੀਗਾ ਟਾਸਕ ਸਟੇਟਮੈਂਟ, ਐਕਸਪਲੇਨੇਸ਼ਨ, ਐਗਜ਼ਾਮਪਲ। ਹੁਣ ਆਪਣਾ ਰਿਜ਼ਲਟ ਦੀ ਵਾਰੀ ਆ ਗਈ, ਠੀਕ ਆ। ਤਾਂ ਹੁਣ ਆਪਾਂ ਕਰਦੇ ਹਾਂ ਰਿਜ਼ਲਟ ਐਜ਼ ਅ ਰਿਜ਼ਲਟ, ਠੀਕ ਆ। ਹੁਣ ਐਜ਼ ਅ ਰਿਜ਼ਲਟ ਇੱਕ ਕਨੈਕਟਰ ਆ, ਤੁਸੀਂ ਰਿਜ਼ਲਟ ਲਈ ਯੂਜ਼ ਕਰ ਸਕਦੇ ਆ। ਇਟ ਇਜ਼ ਮੈਂਡੇਟਰੀ ਟੂ ਟੇਕ ਟਰੀਟਮੈਂਟ ਫਰੋਮ ਡਾਕਟਰਸ ਇਨ ਔਰਡਰ ਟੂ ਗੈਟ ਹੈਲਥੀ ਹੈਲਥ, ਠੀਕ ਆ। ਤਾਂ ਕੀ ਆ, ਮੈਂਡੇਟਰੀ ਹੈ, ਇਹ ਜ਼ਰੂਰੀ ਹੋ ਜਾਂਦਾ ਕਿ ਜਿਹੜੇ ਡਾਕਟਰਸ ਤੋਂ ਆਪਾਂ ਟਰੀਟਮੈਂਟ ਲਈਏ ਇਨ ਔਰਡਰ ਟੂ ਇੱਕ ਸੈਂਟੈਂਸ ਵੇਰੀਏਸ਼ਨ ਹੈ, ਜਦੋਂ ਕਿ ਆਪਾਂ ਰਿਜ਼ਲਟ ਵੀ ਨਾਲ ਹੀ ਦੇਣਾ ਹੋਵੇ ਤਾਂ ਉੱਥੇ ਆਪਾਂ ਜਿਹੜੀ ਕਰ ਲੈਣੇ ਇਨ ਔਰਡਰ ਟੂ, ਠੀਕ ਆ, ਟੂ ਗੈਟ ਹੈਲਥੀ। ਦੇਖੋ ਹੁਣ ਆਪਾਂ ਕੰਪਲੈਕਸ ਸੈਂਟੈਂਸ ਯੂਜ਼ ਕੀਤੇ ਆ, ਆਪਾਂ ਐਜ਼ ਅ ਰਿਜ਼ਲਟ ਵਿੱਚ ਵੀ ਇਨ ਔਰਡਰ ਟੂ ਕਰ ਦਿੱਤਾ, ਠੀਕ ਆ। ਤਾਂ ਆਪਾਂ ਜਿਹੜਾ ਟਾਸਕ ਸਟੇਟਮੈਂਟ ਦੇ ਵਿੱਚ ਵੀ ਆਪਾਂ ਐਜ਼ ਕੰਪੇਅਰ ਟੂ ਕਰ ਦਿੱਤਾ ਸੀਗਾ, ਜਦੋਂ ਇਲੈਬੋਰੇਸ਼ਨ ਕਰਨ ਲੱਗੇ ਆਪਾਂ ਦੈਨ ਕਰ ਦਿੱਤਾ, ਠੀਕ ਆ। ਅਤੇ ਜਿਹੜੀ ਐਗਜ਼ਾਮਪਲ ਸੀਗੀ ਉਹ 'ਚ ਆਪਾਂ ਨਹੀਂ ਕੋਈ ਐਡ ਕੀਤਾ, ਤਾਂ ਦੈਨ ਆਪਾਂ ਜਿਹੜਾ ਇੱਥੇ ਕਰ ਦਿੱਤਾ ਐਜ਼ ਅ ਰਿਜ਼ਲਟ, ਠੀਕ ਆ। ਤਾਂ ਇਸ ਲਈ ਆਪਣਾ ਜਿਹੜੀ ਦੇਖੋ ਸੈਂਟੈਂਸ ਵੇਰੀਏਸ਼ਨ ਆ ਗਈ, ਵਕੈਬ ਵੀ ਆਪਾਂ ਕਰ ਰਹੇ ਹਾਂ, ਹੈਲਥ ਐਕਸਪਰਟ ਕਰ ਦਿੱਤਾ, ਡਾਕਟਰਸ ਕਰ ਦਿੱਤਾ, ਹੈ ਨਾ। ਤਾਂ ਇਸ ਲਈ ਆਪਾਂ ਡਿਫਰੈਂਟ ਜਿਹੜੇ ਵਕੈਬ ਵਰਡਸ ਵੀ ਯੂਜ਼ ਕਰ ਰਹੇ ਹਾਂ, ਤਾਂ ਇਹਦੇ ਨਾਲ ਜਿਹੜਾ ਆਪਣਾ ਦੋਨੋਂ ਪਾਰਟ ਕਵਰ ਹੋ ਰਿਹਾ, ਸੈਂਟੈਂਸ ਵੇਰੀਏਸ਼ਨ ਐਂਡ ਵਕੈਬ, ਠੀਕ ਆ। ਤਾਂ ਹੁਣ ਆਪਾਂ ਚੱਲਦੇ ਹਾਂ BP2 'ਤੇ। ਇੱਕ ਹੋਰ ਰੀਜ਼ਨ ਦੇਣਾ ਹੈ ਕਿ ਕਿਉਂ ਇੰਪੋਰਟੈਂਟ ਆ ਜਿਹੜੇ ਡਾਕਟਰਸ ਦੇ, ਹੈ ਨਾ, ਮਤਲਬ ਟਰੀਟਮੈਂਟ ਆ। ਹੁਣ ਆਪਾਂ ਕਰਦੇ ਹਾਂ ਨੈਕਸਟ,
ਫਰਦਰ ਮੋਰ ਇਸ ਲਈ ਲਾ ਰਹੇ ਹਾਂ ਕਿਉਂਕਿ ਆਪਾਂ ਜਿਹੜਾ ਬਿਲਕੁਲ ਹੀ ਕਿਹਾ ਹੈਗਾ ਗਾ ਵੀ ਇਹ ਜਿਹੜੀ ਇੱਕ ਨੈਗੇਟਿਵ ਡਿਵੈਲਪਮੈਂਟ ਆ, ਤਾਂ ਇਸ ਲਈ ਪਹਿਲਾਂ ਵੀ ਆਪਾਂ ਇਹੀ ਦੱਸਿਆ ਹੈਗਾ ਗਾ, ਤਾਂ ਫਿਰ ਸੈਕਿੰਡ ਇਹੀ ਦੱਸਿਆ ਫਰਦਰ ਮੋਰ। ਜੇ ਆਪਾਂ ਚੇਂਜ ਕਰਨਾ ਹੁੰਦਾ ਫਿਰ ਆਪਾਂ ਹਾਊਐਵਰ ਲਾਵਾਂਗੇ ਜਾਂ ਵਾਇਲ ਲਾਵਾਂਗੇ, ਠੀਕ ਆ, ਕਨੈਕਟਰ। ਤੇ ਹੁਣ ਫਰਦਰ ਮੋਰ ਦੇਖੋ, ਇੱਕ ਜਿਹੜਾ ਆਪਣੇ ਕੋਲ ਟਾਸਕ ਜੇ ਇਸ ਵੇਲੇ ਜਿਹੜਾ ਨੈਗੇਟਿਵ ਔਰ ਪੋਜ਼ੀਟਿਵ ਹੁੰਦਾ ਨਾ, ਬਹੁਤ ਸਾਰੇ ਇੱਦਾਂ ਹੁੰਦੇ ਕਿ ਪਾਰਸ਼ਲੀ ਹੋ ਜਾਂਦੇ ਹੈਗੇ ਆ, ਪੋਜ਼ੀਟਿਵ ਜਾਂ ਨੈਗੇਟਿਵ। ਨਹੀਂ, ਇਹ ਨਹੀਂ ਕਰਨਾ ਹੈਗਾ ਗਾ। ਉਹਨਾਂ ਨੇ ਡਾਇਰੈਕਟ ਆਪਾਂ ਨੂੰ ਕੁਐਸਚਨ ਪੁੱਛਿਆ, ਡੂ ਯੂ ਥਿੰਕ ਇਜ਼ ਅ ਪੋਜ਼ੀਟਿਵ ਔਰ ਨੈਗੇਟਿਵ। ਇੱਕ ਹੀ ਚੀਜ਼ ਦੱਸਣੀ ਹੈ, ਜਾਂ ਪੋਜ਼ੀਟਿਵ ਦੱਸੋ ਜਾਂ ਨੈਗੇਟਿਵ ਦੱਸੋ। ਜੇ ਤੁਹਾਨੂੰ ਪੋਜ਼ੀਟਿਵ ਦੇ 2 ਪੁਆਇੰਟ ਪਤਾ ਤੁਸੀਂ ਪੋਜ਼ੀਟਿਵ ਦੱਸ ਦਿਓ, ਜੇ ਤੁਹਾਨੂੰ ਨੈਗੇਟਿਵ ਦੇ ਪਤਾ ਤਾਂ ਤੁਸੀਂ ਨੈਗੇਟਿਵ ਦੱਸੋ, ਠੀਕ ਆ। ਅਤੇ ਪਾਰਸ਼ਲੀ ਨਹੀਂ ਜਾਣਾ ਹੈਗਾ ਗਾ। ਇਹ ਉਦੋਂ ਹੁੰਦਾ ਪਾਰਸ਼ਲੀ ਜਾਣਾ ਕਿ ਜਦੋਂ ਬਿਲਕੁਲ ਹੀ ਨਹੀਂ ਹੈ ਨਾ, ਵੀ ਦੋਨੋਂ ਦੇ ਪੁਆਇੰਟ ਨਹੀਂ ਬਣ ਰਹੇਗੇ, ਵੀ ਬਸ ਇੱਕ ਮਤਲਬ ਬਹੁਤ ਹੀ ਔਖਾ ਲਿਖਣਾ ਹੈਗਾ, ਤਾਂ ਫਿਰ ਆਪਾਂ ਕਰ ਸਕਦੇ ਹਾਂ, ਠੀਕ ਆ, ਵੀ ਇੱਕ ਪੋਜ਼ੀਟਿਵ ਔਰ ਨੈਗੇਟਿਵ। ਬਟ ਇਹ ਇੱਕ ਇਫੈਕਟਿਵ ਐਸੇ ਨਹੀਂ ਬਣਦਾ ਕਿਉਂਕਿ ਇੱਕ ਕਨਫਿਊਜ਼ਨ ਨੂੰ ਲੀਡ ਕਰਦਾ, ਕਿਉਂਕਿ ਤੁਸੀਂ ਤੀਸਰੀ ਲਾਈਨ ਵਿੱਚ ਵੀ ਨਹੀਂ ਦੱਸ ਸਕਦੇ ਮੈਂ ਪਾਰਸ਼ਲੀ ਅਗਰੀ ਵੀ ਨੈਗੇਟਿਵ ਵੀ ਆ ਪੋਜ਼ੀਟਿਵ ਵੀ ਹੈ ਨਾ, ਉਹ ਸਾਰਾ ਇੱਕ ਕਨਫਿਊਜ਼ ਜਿਹਾ ਕਰ ਦਿੰਦਾ ਐਗਜ਼ਾਮੀਨਰ ਨੂੰ, ਤਾਂ ਉਹ ਨਹੀਂ ਇਫੈਕਟਿਵ ਹੁੰਦਾ। ਇਸ ਲਈ ਤੁਸੀਂ ਇੱਕ ਪੋਜ਼ੀਟਿਵ ਔਰ ਨੈਗੇਟਿਵ ਡਾਇਰੈਕਟ ਕੁਐਸਚਨ ਪੁੱਛਿਆ, ਤੁਸੀਂ ਡਾਇਰੈਕਟ ਦੱਸੋ। ਜਦੋਂ ਉਹਨਾਂ ਨੇ ਪੁੱਛਿਆ ਹੋਵੇ ਨਾ ਵੀ ਵਟ ਐਕਸਟੈਂਡ ਹੈ ਨਾ, ਤੁਸੀਂ ਸੋਚਦੇ ਹੋ ਵੀ ਪੋਜ਼ੀਟਿਵ ਔਰ ਨੈਗੇਟਿਵ, ਫਿਰ ਤੁਸੀਂ ਕਰ ਸਕਦੇ ਹੋ। ਬਟ ਇੱਥੇ ਉਹਨਾਂ ਨੇ ਕੋਈ ਐਕਸਟੈਂਡ ਨਹੀਂ ਪੁੱਛੀ, ਆਪਾਂ ਨੂੰ ਜਸਟ ਸਿੱਧਾ ਪੁੱਛਿਆ ਕਿ ਪੋਜ਼ੀਟਿਵ ਔਰ ਨੈਗੇਟਿਵ, ਤਾਂ ਆਪਾਂ ਇੱਕ ਪਾਸੇ ਜਾਵਾਂਗੇ। ਹੁਣ ਨੈਗੇਟਿਵ ਜਾਣੇ ਤਾਂ ਨੈਗੇਟਿਵ ਜਾਵਾਂਗੇ ਕਨਕਲੂਜ਼ਨ ਤੱਕ, ਠੀਕ ਆ। ਹੁਣ ਕਰਦੇ ਹਾਂ ਆਪਾਂ ਅੱਗੇ। ਫਰਦਰ ਮੋਰ ਸ਼ਿਫਟਿੰਗ ਟੂਵਰਡਸ ਦਾ ਅਨਦਰ ਰੀਜ਼ਨ ਬਿਹਾਈਂਡ ਦਾ ਇੰਪੋਰਟੈਂਸ ਆਫ ਟਰੀਟਮੈਂਟ ਫਰੋਮ ਹੈਲਥ ਫਿਜ਼ੀਸ਼ੀਅਨਸ, ਠੀਕ ਆ। ਤਾਂ ਹੁਣ ਕੀ ਆਪਾਂ ਕਹਿ ਦਿੱਤਾ ਕਿ ਹੁਣ ਕੀ ਕਰਦੇ ਹਾਂ ਫਰਦਰ ਮੋਰ, ਫਿਰ ਬੇਸਿਕ ਲਾਈਨ ਯੂਜ਼ ਕੀਤੀ ਹੈ। ਬੇਸਿਕ ਲਾਈਨ ਹੁਣ ਆਪਾਂ ਇੱਥੇ ਕੀ ਕਰਦੇ, ਸ਼ਿਫਟਿੰਗ ਟੂਵਰਡਸ ਹੈ। ਜਦੋਂ ਆਪਾਂ ਅਨਦਰ ਐਸੇ ਵੱਲ ਜਾ ਰਹੇ ਹੋਵਾਂਗੇ, BP2 ਵੱਲ ਜਾ ਰਹੇ ਹਾਂ, ਤਾਂ ਤੁਸੀਂ ਕੀ ਕਰ ਸਕਦੇ, ਸ਼ਿਫਟਿੰਗ ਟੂਵਰਡ ਵਾਲੀ ਜਿਹੜੀ ਬੇਸਿਕ ਲਾਈਨ ਹੈ ਲਿਖ ਸਕਦੇ ਹਾਂ, ਠੀਕ ਆ। ਇਹਦੇ ਵਿੱਚ ਆਪਾਂ ਕੀ ਕਰਦੇ ਨੇ, ਸ਼ਿਫਟਿੰਗ ਟੂਵਰਡ ਦਾ ਅਨਦਰ ਰੀਜ਼ਨ, ਇੱਕ ਹੋਰ ਰੀਜ਼ਨ ਬਿਹਾਈਂਡ ਦਾ ਇੰਪੋਰਟੈਂਸ ਜਿਹੜੀ ਕਿ ਮਹੱਤਤਾ ਹੈਗੀ ਹੈ ਟਰੀਟਮੈਂਟ ਫਰੋਮ ਹੈਲਥ ਫਿਜ਼ੀਸ਼ੀਅਨਸ। ਦੇਖੋ ਆਪਾਂ ਡਾਕਟਰਸ, ਹੈਲਥ ਐਕਸਪਰਟਸ, ਠੀਕ ਆ, ਤਾਂ ਹੁਣ ਆਪਾਂ ਕੀ ਇੱਥੇ ਲਾਤਾ ਹੈਲਥ ਫਿਜ਼ੀਸ਼ੀਅਨਸ। ਇਹ ਵੀ ਡਾਕਟਰ ਲਈ ਵਰਡ ਯੂਜ਼ ਕੀਤਾ, ਇਹ ਆਪਣਾ ਵਕੈਬ ਪਾਰਟ ਕਵਰ ਹੋ ਰਿਹਾ। ਤਾਂ ਬੇਸਿਕ ਲਾਈਨ ਆ ਗਈ। ਹੁਣ ਆਪਾਂ ਨੇ ਕੀ ਆਊਗੀ ਟਾਸਕ ਸਟੇਟਮੈਂਟ, ਠੀਕ ਆ। ਟਾਸਕ ਸਟੇਟਮੈਂਟ 'ਚ ਆਪਾਂ ਕੀ ਕਰਨਾ, ਇਨ ਸਮ ਕੇਸਿਸ it become necessary to take medicine as per the doctor's suggestion, ਠੀਕ ਆ। ਤਾਂ ਇਨ ਕੁਛ ਜਿਹੜੇ ਕੇਸ ਇੱਦਾਂ ਦੇ ਹੁੰਦੇ ਕਿ ਉੱਥੇ ਜ਼ਰੂਰੀ ਬਣ ਜਾਂਦਾ ਹੈਗਾ ਕਿ ਮੈਡੀਸਨਸ ਜਿਹੜੀਆਂ ਡਾਕਟਰਸ ਤੋਂ ਹੀ ਲਈਆਂ ਜਾਣ, ਸੱਚ ਐਜ਼ ਕੈਂਸਰ, ਠੀਕ ਆ। ਇੱਕ ਮਤਲਬ ਕਿ ਆਪਾਂ ਜਿਹੜਾ ਦੱਸ ਦਿੱਤਾ ਡਿਸੀਜ਼ ਦਾ ਨੇਮ ਦੱਸਤਾ ਕੈਂਸਰ, ਠੀਕ ਆ, ਕਿ ਜਿਹੜੀ ਇੱਦਾਂ ਦੀ ਕੋਈ ਕੇਸ ਹੁੰਦਾ ਵਾ ਉਹਦੇ ਵਿੱਚ ਜ਼ਰੂਰੀ ਹੋ ਜਾਂਦਾ ਕਿ ਆਪਾਂ ਡਾਕਟਰ ਤੋਂ, ਜਿਹੜੇ ਡਾਕਟਰ ਦੇ ਸੁਜੈਸ਼ਨ 'ਤੇ ਜਿਹੜੇ ਕੋਈ ਟਰੀਟਮੈਂਟ ਸਟਾਰਟ ਕਰੀਏ। ਤਾਂ ਵੈਸੇ ਆਪਾਂ ਜਿਹੜੀ ਇੱਕ ਐਗਜ਼ਾਮਪਲ ਬਣ ਗਈ ਆਪਣੀ ਸੱਚ ਐਜ਼, ਤਾਂ ਜੇ ਆਪਣੇ ਕੋਲ ਉਸ ਤਰ੍ਹਾਂ ਹੀ ਬਣਦਾ, ਕਿਉਂਕਿ ਹੁਣ ਇਨ ਸਮ ਕੇਸਿਸ ਜੇ ਆਪਾਂ ਕਹਿ ਰਹੇ ਹਾਂ ਤਾਂ ਆਪਾਂ ਨੂੰ ਐਕਸਪਲੇਨ ਕਰਨਾ ਪੈਣਾ ਉਹ ਕਿੱਦਾਂ ਦੇ ਕੇਸਿਸ ਹੈਗੇ, ਤਾਂ ਇਸ ਲਈ ਆਪਾਂ ਇੱਥੇ ਐਗਜ਼ਾਮਪਲ ਐਡ ਕਰਨੀ ਪਈ। ਅਦਰਵਾਈਜ਼ ਆਪਾਂ ਐਗਜ਼ਾਮਪਲ ਦੇ ਕਨੈਕਟ ਲਾ ਕੇ ਹੀ ਐਗਜ਼ਾਮਪਲ ਯੂਜ਼ ਕਰਦੇ ਹਾਂ। ਬਟ ਜੇ ਇਨ ਕੇਸਿਸ ਦੇ ਵਿੱਚ ਆਪਾਂ ਨੂੰ ਨਾਲ ਐਕਸਪਲੇਨ ਕਰਨਾ, ਜੇ ਹੁਣ ਇਨ ਸਮ ਕੇਸਿਸ ਤਾਂ ਉਹ ਐਗਜ਼ਾਮੀਨਰ ਨੂੰ ਪਤਾ ਨਹੀਂ ਨਾ ਚੱਲੇਗਾ ਕਿਹੜੇ ਕੇਸਿਸ ਦੀ ਆਪਾਂ ਗੱਲ ਕरें, ਹੁਣ ਆਪਣੇ ਮਾਈਂਡ 'ਚ ਕਿਹੜੇ ਕੇਸਿਸ ਐਗਜ਼ਾਮੀਨਰ ਨੂੰ ਵੀ ਪਤਾ ਚੱਲੇਗਾ। ਤਾਂ ਇਸ ਲਈ ਆਪਾਂ ਕੀ ਕਰਨਾ ਹੈਗਾ, ਨਾਲ ਆਪਾਂ ਦੱਸ ਦੇਣਾ ਇੱਕ ਐਗਜ਼ਾਮਪਲ ਦੱਸਦੀ ਕੈਂਸਰ, ਠੀਕ ਆ। ਤਾਂ ਇਸ ਲਈ ਉਹ ਸਾਰਾ ਜਿਹੜਾ BP ਆਪਣਾ ਕੈਂਸਰ 'ਤੇ ਲੀਡ ਹੋ ਜਾਊਗਾ ਕਿ ਕਿਵੇਂ ਕਿਵੇਂ ਆਪਾਂ ਲਿਖ ਰਹੇ ਹਾਂ, ਠੀਕ ਆ। ਟੂ ਐਕਸਪਲੇਨ ਇਟ, ਇਹਨੂੰ ਐਕਸਪਲੇਨ ਕਰਨਾ ਇਨ ਸਮ ਐਕਸਟ੍ਰੀਮ ਸਿਚੁਏਸ਼ਨਸ ਆਫ ਹੈਲਥ, ਠੀਕ ਆ। ਤਾਂ ਕੁਛ ਜਿਹੜੀਆਂ ਇੱਦਾਂ ਦੀਆਂ ਮਤਲਬ ਕਿ ਹੋ ਜਾਂਦੀ ਸਿਚੁਏਸ਼ਨ ਹੈਲਥ ਦੀ ਹੋ ਜਾਂਦੀ ਹੈ ਕੁਛ ਖਤਰਨਾਕ ਕੇਸਾਂ ਦੇ ਵਿੱਚ, ਕਿ ਜਦੋਂ ਹੈਲਥ ਹੈਗੀ ਹੈ ਨੋਟ ਓਨਲੀ ਰਿਕਵਾਇਰ ਪ੍ਰੋਪਰ ਟਰੀਟਮੈਂਟ, ਠੀਕ ਆ। ਨੋਟ ਓਨਲੀ ਐਂਡ ਬਟ ਆਲਸੋ ਇੱਕ ਸੈਂਟੈਂਸ ਟਾਈਪ ਆ, ਤੁਸੀਂ ਜਿਹੜੀ ਇਹਨੂੰ ਯੂਜ਼ ਕਰ ਸਕਦੇ, ਸੈਂਟੈਂਸ ਵੇਰੀਏਸ਼ਨ ਆ, ਕੰਪਲੈਕਸ ਸੈਂਟੈਂਸ ਆ, ਤੁਸੀਂ ਯੂਜ਼ ਕਰ ਸਕਦੇ ਆਪਣੇ ਐਸੇ ਦੇ ਵਿੱਚ, ਐਸੇ ਨੂੰ ਇਫੈਕਟਿਵ ਬਣਾਉਣ ਲਈ, ਠੀਕ ਆ। some extreme situation of health not only require proper treatment, ਇੱਕ ਇਕੱਲਾ ਜਿਹੜਾ ਪ੍ਰੋਪਰ ਟਰੀਟਮੈਂਟ ਹੀ ਨਹੀਂ ਰਿਕਵਾਇਰ ਕਰਦੀਆਂ ਬਟ ਆਲਸੋ ਡਿਮਾਂਡ ਫॉर ਐਕੂਰੇਟ ਇੰਸਟਰਕਸ਼ਨ। ਦੇਖੋ ਇੰਸਟਰਕਸ਼ਨ ਕੌਣ ਦਊਗਾ, ਇੱਕ ਜੇ ਡਾਕਟਰ ਆ ਹੈਲਥ ਐਕਸਪਰਟ ਤੋਂ, ਜੇ ਆਪਾਂ ਆਪਦੇ ਆਪ ਹੀ ਘਰੇ ਹੀ ਟਰੀਟਮੈਂਟ ਕਰ ਰਹੇ ਹਾਂ ਤਾਂ ਆਪਣੀ ਇੰਸਟਰਕਸ਼ਨ ਨਹੀਂ ਕੋਈ ਮਿਲਣੀ ਹੈ ਨਾ, ਆਪਾਂ ਆਪਣੇ ਹਿਸਾਬ ਨਾਲ ਕਰਾਂਗੇ। ਜੇ ਉਹ ਕਹਿੰਦੇ ਵੀ ਇਹ ਇਕੱਲਾ ਜਿਹੜਾ ਐਕੂਰੇਟ ਜਿਹੜਾ ਗੁੱਡ ਟਰੀਟਮੈਂਟ ਆ ਉਹੀ ਨਹੀਂ ਡਿਮਾਂਡ ਕਰਦਾ ਹੈਗਾ, ਨਾਲ ਜਿਹੜੀਆਂ ਐਕੂਰੇਟ ਇੰਸਟਰਕਸ਼ਨ ਵੀ ਇਹ ਮਤਲਬ ਕਿ ਜਦੋਂ ਆਪਾਂ ਟਰੀਟਮੈਂਟ ਲੈ ਰਹੇ ਹਾਂ ਡੂਰਿੰਗ ਇਸ ਟਰੀਟਮੈਂਟ ਦੇ ਤੁਸੀਂ ਇਹ ਵੀ ਚੀਜ਼ ਕਰਨੀ ਹੈਗੀ ਹੈ ਜਾਂ ਇਹ ਨਹੀਂ ਕਰਨੀ। ਹਰ ਵਾਰੀ ਆਪਣਾ ਡਾਕਟਰ ਜਦੋਂ ਵੀ ਆਪਾਂ ਕੋਈ ਵੀ ਦਵਾਈ ਲੈਣ ਜਾਂਦੇ ਹਾਂ, ਮੈਡੀਸਨ ਸਟਾਰਟ ਕਰਦੇ ਹਾਂ, ਕੋਈ ਟਰੀਟਮੈਂਟ ਸਟਾਰਟ ਕਰਦੇ ਹਾਂ, ਤਾਂ ਉਹ ਆਪਣੇ ਜਿਹੜੇ ਡਾਕਟਰ ਹੈਗੇ ਆ ਦੱਸਦੇ ਹੈਗੇ ਆ ਕਿ ਤੁਸੀਂ ਇਹ ਵਾਲੀ ਚੀਜ਼ ਕਰਨੀ ਹੈ ਜਾਂ ਇਹ ਨਹੀਂ ਕਰਨੀ, ਜਾਂ ਆਹ ਵਾਲਾ ਖਾਣਾ ਹੈ ਜਾਂ ਨਹੀਂ ਖਾਣਾ ਹੈਗਾ ਗਾ ਨਾ, ਤਾਂ ਸਾਰੀ ਗੱਲ ਦੱਸਦੇ ਆ। ਇਸ ਲਈ ਉਹ ਇਹ ਇੰਸਟਰਕਸ਼ਨ ਵੀ ਡਿਮਾਂਡ ਕਰਦੀ ਹੈ। ਦੇਖੋ ਜੀ ਕੈਂਸਰ ਵਰਗੀ ਕੋਈ ਬਿਮਾਰੀ ਹੈਗੀ ਆ ਤੇ ਇਸ ਲਈ ਕਿ ਬਹੁਤ ਜ਼ਰੂਰੀ ਹੈ ਕਿ ਇੰਸਟਰਕਸ਼ਨ ਵੀ ਹੋਣ, ਠੀਕ ਆ। ਗੁੱਡ ਇੱਕ ਡਾਕਟਰ ਦੀ ਸਲਾਹ ਦੇ ਨਾਲ ਸਾਰਾ ਕੁਛ ਕੀਤਾ ਜਾਵੇ ਕਿ ਜਲਦੀ ਤੋਂ ਜਲਦੀ ਮਤਲਬ ਕਿ ਸਿਹਤ ਨੂੰ ਠੀਕ ਕਰਨ ਲਈ। ਹੁਣ ਆਪਾਂ ਨੇ ਕੋਲ ਕੀ ਜਿਹੜੀ ਐਕਸਪਲੇਨੇਸ਼ਨ ਹੋ ਗਈ, ਹੁਣ ਆਪਾਂ ਕੀ ਕਰਨਾ ਫॉर ਇੰਸਟੈਂਸ, ਠੀਕ ਆ। ਫॉर ਇੰਸਟੈਂਸ ਮੀਨਸ ਕੀ ਹੁੰਦਾ ਕਿ ਇੱਕ ਐਗਜ਼ਾਮਪਲ ਐਡ ਕਰਨੀ ਹੈ। ਹੁਣ ਇੱਕ ਇੱਥੇ ਆਪਾਂ ਸਰਵੇ ਜਾਂ ਸਟੱਡੀ ਦੀ ਮਤਲਬ ਕਿ ਛੱਡ ਕੇ ਇੱਕ ਜਿਹੜੀ ਕੰਡੀਸ਼ਨ ਐਡ ਕਰਕੇ ਤੁਹਾਨੂੰ ਦੱਸੀ ਹੈਗੀ ਕਿ ਕਿੱਦਾਂ ਕੰਡੀਸ਼ਨ ਐਡ ਕਰ ਸਕਦੇ ਹੋ, ਬਟ ਜ਼ਿਆਦਾ ਤੁਸੀਂ ਇਹੀ ਪ੍ਰੈਫਰੈਂਸ ਦੇਣੀ ਹੈ ਕਿ ਤੁਸੀਂ ਜਿਹੜਾ ਸਟੱਡੀ ਔਰ ਸਰਵੇ ਜਿਹੜਾ ਐਡ ਕਰੋ, ਬਟ ਆਪਾਂ ਕਰ ਸਕਦੇ ਹਾਂ, ਕੋਈ ਡਾਊਟ ਨਹੀਂ ਹੈਗਾ ਗਾ। ਕੰਡੀਸ਼ਨ ਵੀ ਕਰਦੇ ਹਾਂ। ਹੁਣ ਇਫ ਪੀਪਲ ਵਿਲ ਟੇਕ, ਠੀਕ ਆ,
ਇਫ ਪੀਪਲ ਵਿਲ ਟੇਕ ਅਨਨੈਸੈਸਰੀ ਮੈਡੀਸਨ, ਜੇ ਉਹ ਕੀ ਕਰਦੇ ਹੈਗੇ ਆ ਜਿਹੜੇ ਲੋਕ ਹੈਗੇ ਆ ਉਹ ਅਨਨੈਸੈਸਰੀ ਜਿਹੜੀਆਂ ਕਿ ਜ਼ਰੂਰੀ ਨਹੀਂ ਉਹ ਵਾਲੀਆਂ ਮੈਡੀਸਨ ਲੈ ਰਹੇ ਆ, ਹੈ ਨਾ, ਲਾਈਕ ਜੇ ਉਹਨਾਂ ਨੂੰ ਕੋਈ ਡਿਸੀਜ਼ ਹੋਰ ਆ ਉਹ ਮੈਡੀਸਨ ਕਿਸੇ ਹੋਰ ਚੀਜ਼ ਦੀ ਲੈ ਰਹੇ ਆ, ਠੀਕ ਆ, ਦੈਨ ਇਟ ਵੁੱਡ ਬੀ ਡੇਂਜਰਸ ਫॉर ਪੇਸ਼ੈਂਟਸ, ਤਾਂ ਇਹ ਉਹ ਪੇਸ਼ੈਂਟਸ ਲਈ ਕੀ ਹੈ ਡੇਂਜਰਸ ਹੋ ਜਾਊਗਾ, ਠੀਕ ਆ, ਖਤਰਨਾਕ ਹੋਊਗਾ, ਬਿਕੋਜ਼ ਇਟ ਬ੍ਰਿੰਗ ਅ ਲੋਟ ਆਫ ਐਡਵਰਸ ਇਫੈਕਟ। ਐਡਵਰਸ ਇਫੈਕਟ ਇੱਕ ਨਾ ਜਿਹੜਾ ਆਪਣਾ ਵਕੈਬ ਦਾ ਪਾਰਟ ਹੈਗਾ, ਇਹ ਤੁਸੀਂ ਉਦੋਂ ਕਰਦੇ ਆ ਜਦੋਂ ਬੈਡ ਜਿਹੜੇ ਇਫੈਕਟਸ ਪੈਂਦੇ ਆ ਤਾਂ ਉਦੋਂ ਤੁਸੀਂ ਕੀ ਕਰ ਸਕਦੇ ਐਡਵਰਸ ਇਫੈਕਟ ਕਰ ਸਕਦੇ ਆ, ਠੀਕ ਆ, ਐਡਵਰਸ ਇਫੈਕਟ ਫॉर ਦੈਮ, ਠੀਕ ਆ, ਇਹ ਕੀ ਕਰਦਾ ਲੋਟ ਆਫ ਜਿਹੜੇ ਐਡਵਰਸ ਇਫੈਕਟ ਕਰਦਾ ਗਾ ਉਹਨਾਂ ਲਈ, ਠੀਕ ਆ, ਕਿਹਨਾਂ ਲਈ ਪੇਸ਼ੈਂਟਸ ਲਈ। ਤਾਂ ਇਹ ਹੋ ਗਈ ਆਪਣੀ ਐਗਜ਼ਾਮਪਲ। ਤਾਂ ਐਗਜ਼ਾਮਪਲ ਵੀ ਇੱਕ ਆਪਾਂ ਜਿਹੜੀ ਇਫ ਐਂਡ ਦੈਨ ਯੂਜ਼ ਕੀਤਾ ਤਾਂ ਇਹ ਵੀ ਸੈਂਟੈਂਸ ਟਾਈਪ ਆ। ਜੇ ਤੁਸੀਂ ਫੋਰ ਮਤਲਬ ਕਿ ਤੁਹਾਡੇ ਕੋਲ ਐਕੂਰੇਟ ਐਗਜ਼ਾਮਪਲ ਹੈਗੀਆਂ ਹੀ ਆ ਲਾਈਕ ਸਟੱਡੀ ਔਰ ਸਰਵੇ ਦੋਨੋਂ ਬੀਪੀਜ਼ ਦੇ ਲਈ, ਇੱਕ ਲਈ ਸਟੱਡੀ ਇੱਕ ਲਈ ਸਰਵੇ ਹੈਗਾ ਗਾ, ਤਾਂ ਫਿਰ ਤੁਸੀਂ ਜਿਹੜਾ ਇਫ ਵਾਲਾ ਹੈਗਾ ਗਾ ਇਹ ਤੁਸੀਂ ਐਲੈਬੋਰੇਸ਼ਨ ਦੇ ਵਿੱਚ ਵੀ ਕਰ ਸਕਦੇ ਇਫ ਐਂਡ ਦੈਨ ਵਾਲਾ, ਠੀਕ ਆ। ਤਾਂ ਇਹ ਵੀ ਇੱਕ ਸੈਂਟੈਂਸ ਟਾਈਪ ਹੈਗੀ ਹੈ। ਤਾਂ ਹੁਣ ਆਪਾਂ ਕੀ ਕਰ ਰਹੇ ਹਾਂ ਹੈਂਸ ਰਿਜ਼ਲਟ ਕਰ ਰਹੇ ਹਾਂ। ਐਜ਼ ਅ ਰਿਜ਼ਲਟ ਆਪਾਂ ਕਨੈਕਟਰ ਪਹਿਲਾਂ ਯੂਜ਼ ਕਰ ਦਿੱਤਾ ਸੀਗਾ, ਹੁਣ ਆਪਾਂ ਨਹੀਂ ਕਰਾਂਗੇ, ਹੁਣ ਆਪਾਂ ਕੀ ਕਰਾਂਗੇ ਹੈਂਸ ਕਰਾਂਗੇ। ਟੇਕਿੰਗ ਹੈਲਥ ਸੁਜੈਸ਼ਨਸ, ਜਿਹੜੇ ਹੈਲਥ ਸੁਜੈਸ਼ਨ ਲੈਣੇ ਐਂਡ ਟਰੀਟਮੈਂਟ ਫਰੋਮ ਐਕਸਪਰਟਸ, ਠੀਕ ਹੈ, ਐਕਸਪਰਟ ਕਿਹਦੇ ਹੈਲਥ ਐਕਸਪਰਟ, ਠੀਕ ਆ, ਇਜ਼ ਬੈਨੀਫਿਸ਼ੀਅਲ ਫॉर ਪੀਪਲ। ਤਾਂ ਇਹ ਜਿਹੜਾ ਟੇਕਿੰਗ ਉਹਨਾਂ ਕੋਲੋਂ ਜਿਹੜੇ ਟਰੀਟਮੈਂਟ ਲੈਣੇ ਡਾਕਟਰਸ ਕੋਲੋਂ ਬੈਨੀਫਿਸ਼ੀਅਲ ਆ ਫॉर ਪੀਪਲ। ਹੁਣ ਕੀ ਆਪਾਂ ਕਰਨਾ ਕਨਕਲੂਜਨ ਲਈ ਪਹਿਲਾਂ ਤਾਂ ਆਪਣਾ ਜਿਹੜਾ ਵਿਊ ਪੁਆਇੰਟ ਦੇ ਦਿਓ, ਠੀਕ ਆ, ਤਾਂ ਉਸ ਤੋਂ ਬਾਅਦ ਤੁਸੀਂ ਇੱਕ ਰੀਜ਼ਨ ਦੇ ਦਿਓ, ਠੀਕ ਆ। ਹੁਣ ਆਪਾਂ ਚੱਲਦੇ ਹਾਂ ਕਨਕਲੂਜਨ ਨੂੰ ਕਿੱਦਾਂ ਐਕਸਪਲੇਨ ਕਰਨਾ। ਟੂ ਕਨਕਲੂਡ ਇਟ, ਪਹਿਲਾਂ ਤਾਂ ਕਨੈਕਟਰ ਯੂਜ਼ ਕਰ ਲਿਆ, ਠੀਕ ਆ। ਅਕੋਰਡਿੰਗ ਟੂ ਮਾਈ ਪਰਸਪੈਕਟਿਵ ਇਟ ਇਜ਼ ਅ ਨੈਗੇਟਿਵ ਡਿਵੈਲਪਮੈਂਟ, ਇੱਥੇ ਆਪਾਂ ਨੈਗੇਟਿਵ ਡਿਵੈਲਪਮੈਂਟ ਲਾਤਾ ਕਿਉਂਕਿ ਆਪਾਂ ਜਿਹੜਾ ਥੀਸਿਸ ਲਾਈਨ ਦੇ ਵਿੱਚ ਕੀਤਾ ਸੀਗਾ ਉਦੋਂ ਆਪਾਂ ਕੀ ਕਰਤਾ ਸੀਗਾ ਡਿਸਟਰਕਟਿਵ ਪ੍ਰੋਗਰੈਸ ਕਰਤਾ ਸੀਗਾ, ਠੀਕ ਆ। ਤਾਂ ਪ੍ਰੋਗਰੈਸ ਦਾ ਮਤਲਬ ਡਿਵੈਲਪਮੈਂਟ, ਡਿਸਟਰਕਟਿਵ ਦਾ ਮਤਲਬ ਨੈਗੇਟਿਵ, ਠੀਕ ਆ। ਤਾਂ ਇਸ ਲਈ ਆਪਾਂ ਇੱਥੇ ਹੁਣ ਨੈਗੇਟਿਵ ਡਿਵੈਲਪਮੈਂਟ ਕਰ ਰਹੇ ਹਾਂ। ਅਕੋਰਡਿੰਗ ਟੂ ਮਾਈ ਪਰਸਪੈਕਟਿਵ ਦਾ ਮਤਲਬ ਹੁੰਦਾ ਕਿ ਮੇਰੇ ਹਿਸਾਬ ਨਾਲ ਓਪੀਨੀਅਨ, ਠੀਕ ਆ, ਓਪੀਨੀਅਨ ਕਹਿ ਸਕਦੇ ਆਪਾਂ। ਤਾਂ ਮਾਈ ਪਰਸਪੈਕਟਿਵ ਤੁਸੀਂ ਯੂਜ਼ ਕਰ ਸਕਦੇ ਹਾਂ। ਅੱਗੇ ਹੁਣ ਆਪਾਂ ਜਿਹੜਾ ਥੋੜ੍ਹਾ ਜਿਹਾ ਐਕਸਪਲੇਨ ਕਰ ਰਹੇ ਹਾਂ ਕਨਕਲੂਜਨ ਨੂੰ ਕਿੱਦਾਂ। although nowadays people give preference to alternative medicine, ਇਹ ਆਪਣਾ ਸਟੇਟਮੈਂਟ ਨੇ ਦੱਸ ਦਿੱਤਾ ਕਿਉਂਕਿ ਵੀ ਅੱਜ ਕੱਲ੍ਹ ਜਿਹੜੇ ਲੋਕ ਦੇ ਰਹੇ ਆ, ਠੀਕ ਹੈ, ਇਹ ਆਪਾਂ ਨਹੀਂ ਕਹਿ ਰਹੇ ਹੈਗੇ, ਸਟੇਟਮੈਂਟ ਕਹਿ ਰਹੀ ਹੈ ਆਪਾਂ ਨੂੰ, ਠੀਕ ਆ, ਕਿ although nowadays people give preference to alternative medicine without doctor recommendation, ਠੀਕ ਆ, ਡਾਕਟਰ ਦੀ ਰეკਮੈਂਡੇਸ਼ਨ ਤੋਂ ਬਿਨਾਂ ਹੀ ਲੋਕੀ ਜਿਹੜੇ ਪ੍ਰੈਫਰੈਂਸ ਦੇ ਰਹੇ ਆ ਅਲਟਰਨੇਟਿਵ ਮੈਡੀਸਨਸ ਨੂੰ, ਠੀਕ ਆ। ਤਾਂ ਹੁਣ ਕੀ ਤੇ although ਦੇ ਨਾਲ ਤੁਸੀਂ yet ਲਾਉਣਾ, ਬਟ ਨਹੀਂ ਲਾਉਣਾ ਹੈਗਾ। ਬਹੁਤ ਸਾਰੇ ਬੱਚੇ ਜਿਹੜੇ ਬਟ ਲਾਉਂਦੇ ਹੈਗੇ although ਦੇ ਨਾਲ, ਬਟ ਨਹੀਂ ਲਾਉਣਾ ਆਪਾਂ, ਠੀਕ ਆ। ਤਾਂ ਯੈਟ ਜਿਹੜਾ ਆਪਾਂ ਲਾਵਾਂਗੇ ਜਦੋਂ ਵੀ ਆਲਦੋ ਯੂਜ਼ ਕਰ ਲਿਆ ਉਹਦੇ ਨਾਲ ਯੈਟ ਯੂਜ਼ ਕਰਨਾ ਹੈਗਾ। ਇੱਕ ਸੈਂਟੈਂਸ ਟਾਈਪ ਆ, ਤੁਸੀਂ ਕਨਕਲੂਜਨ ਦੇ ਵਿੱਚ ਤਾਂ ਆਲਮੋਸਟ ਟਾਈਮ ਯੂਜ਼ ਕਰ ਹੀ ਸਕਦੇ ਹੋ, ਠੀਕ ਆ। ਤਾਂ ਹੁਣ ਆਪਾਂ ਕੀ ਕਰ ਸਕਦੇ ਯੈਟ ਤੇ, ਜਾਂ ਫਿਰ ਤੁਸੀਂ ਜੇ ਤੁਸੀਂ ਯੈਟ ਨਹੀਂ ਯੂਜ਼ ਕਰਨਾ ਤਾਂ ਕੌਮਾ ਯੂਜ਼ ਕਰਕੇ ਵੀ ਕਰ ਸਕਦੇ ਹੈਗੇ, ਠੀਕ ਹੈ। ਯੈਟ ਦੀ ਜਗ੍ਹਾ 'ਤੇ ਕੌਮਾ ਯੂਜ਼ ਕਰੋ, ਫਿਰ ਨੈਕਸਟ ਲਾਈਨ ਸ਼ੁਰੂ ਕਰੋ, ਠੀਕ ਆ। ਤਾਂ ਹੁਣ ਆਪਣੇ ਕੋਲ ਕੀ ਆ ਗਿਆ ਮੈਡੀਸਨ ਵਿਦਾਊਟ ਡਾਕਟਰ ਰੈਕਮੈਂਡੇਸ਼ਨ ਯੈਟ ਦਿਸ ਟਰੈਂਡ ਕਿਹੜਾ ਟਰੈਂਡ ਜਿਹੜੇ ਕਿ ਉਹ ਪ੍ਰੈਫਰੈਂਸ ਦੇ ਰਹੇ ਇਹ ਵਾਲੇ ਟਰੈਂਡ ਨੂੰ cannot be replaced by taking treatment from health physicians, ਠੀਕ ਆ। ਤਾਂ ਇਹ ਰਿਪਲੇਸ ਨਹੀਂ ਹੋ ਸਕਦਾ, cannot be replaced by, ਠੀਕ ਆ। ਸੈਂਟੈਂਸ ਟਾਈਪ ਹੋ ਗਈ ਆਪਣੇ ਕੋਲ, ਕੰਪਲੈਕਸ ਸੈਂਟੈਂਸ ਬਣ ਗਿਆ। ਤਾਂ ਕੀ ਹੈ ਟ੍ਰੈਂਡ cannot be replaced by taking treatment, ਤਾਂ ਜਿਹੜਾ ਇਹ ਕੀ ਆ ਇਹ ਰਿਪਲੇਸ ਨਹੀਂ ਹੋ ਸਕਦਾ ਜਿਹੜਾ ਕਿ ਟਰੀਟਮੈਂਟ ਹੈ ਮਤਲਬ ਉਹਦੀ ਇੰਪੋਰਟੈਂਸ ਦੇ ਨਾਲ। ਆਪਾਂ ਇੱਥੇ ਇਹ ਕਹਿਣਾ ਚਾਹ ਰਹੇ ਹਾਂ ਕਿ ਜਿਹੜਾ ਲੋਕੀ ਪ੍ਰੈਫਰੈਂਸ ਦੇ ਰਹੇ ਆ, ਕੋਈ ਗੱਲ ਨਹੀਂ ਭਾਵੇਂ ਜਿਹੜੇ ਲੋਕੀ ਅੱਜ ਕੱਲ੍ਹ ਪ੍ਰੈਫਰੈਂਸ ਦੇ ਰਹੇ ਆ ਅਲਟਰਨੇਟਿਵ ਟਰੀਟਮੈਂਟਸ ਨੂੰ, ਬਟ ਇਹ ਜਿਹੜਾ ਆਪਾਂ ਡਾਕਟਰ ਤੋਂ ਟਰੀਟਮੈਂਟ ਲੈ ਰਹੇ ਹਾਂ ਉਹਦੇ ਨਾਲ ਰਿਪਲੇਸ ਨਹੀਂ ਹੋ ਸਕਦਾ, ਠੀਕ ਹੈ, ਕਿਉਂਕਿ ਉਹਦੀ ਇੱਕ ਵੱਖਰੀ ਇੰਪੋਰਟੈਂਸ ਹੈਗੀ ਆ, ਠੀਕ ਆ। ਤਾਂ ਇਸ ਲਈ ਬਾਈ ਟੇਕਿੰਗ ਟਰੀਟਮੈਂਟ ਫਰੋਮ ਹੈਲਥ ਫਿਜ਼ੀਸ਼ੀਅਨ ਬਿਕੋਜ਼, ਹੁਣ ਕਾਰਨ ਦੱਸਿਆ ਕਾਹਤੋਂ ਨਹੀਂ ਲੈ ਸਕਦਾ, ਬਿਕੋਜ਼ ਆਫ ਸਮ ਰੀਜ਼ਨ, ਕਿਉਂਕਿ ਇਹਦਾ ਅਗਰ ਕੋਈ ਰੀਜ਼ਨ ਹੈਗੇ ਐਜ਼ ਮੈਂਸ਼ਨ ਇਨ ਦਾ ਐਸੇ, ਕਿ ਤੁਸੀਂ ਐਸੇ ਵਿੱਚ ਆਲਰੇਡੀ ਮੈਂਸ਼ਨ ਕਰ ਚੁੱਕੇ ਹੋ BP1 ਐਂਡ BP2 ਦੇ ਵਿੱਚ, ਉਹ ਜਿਹੜੇ ਰੀਜ਼ਨ ਹੈਗੇ ਆ ਕਿ ਰਿਪਲੇਸ ਨਹੀਂ ਹੋ ਸਕਦਾ, ਠੀਕ ਆ। ਤਾਂ ਇਸ ਲਈ ਆਪਾਂ ਇਸ ਤਰ੍ਹਾਂ ਕਨਕਲੂਜਨ ਕਰ ਦਿੱਤਾ। ਦੇਖੋ ਇਹਦੇ ਵਿੱਚ ਆਪਾਂ ਕੀ ਕੀਤਾ, ਜਿਹੜਾ ਇਹਦੇ ਵਿੱਚ ਐਸੇ ਦੇ ਵਿੱਚ ਨੈਗੇਟਿਵ ਡਿਵੈਲਪਮੈਂਟ ਦੇ ਵਿੱਚ ਔਰ ਪੋਜ਼ੀਟਿਵ ਡਿਵੈਲਪਮੈਂਟ ਦੇ ਵਿੱਚ ਤੁਸੀਂ ਕੀ ਕਰਨਾ ਹੈਗਾ ਇੱਕ ਸਾਈਡ ਜਾਣਾ ਪੋਜ਼ੀਟਿਵ ਔਰ ਨੈਗੇਟਿਵ, ਠੀਕ ਹੈ। ਇੱਕ ਸਾਈਡ ਲਈ ਤੁਸੀਂ ਨੈਗੇਟਿਵ ਲਈ ਸੀ ਆਪਾਂ ਸਾਰੇ ਵਿੱਚ, ਠੀਕ ਆ। ਇੰਟਰੋ ਵੀ ਤੁਸੀਂ ਉਸ 'ਤੇ ਬਣ ਗਈ BP1 BP2 ਐਂਡ ਕਨਕਲੂਜਨ ਉਹ 'ਤੇ ਕਰ ਦਿੱਤਾ, ਠੀਕ ਆ। ਫਿਰ ਤੁਸੀਂ ਕੀ ਧਿਆਨ ਰੱਖਣਾ ਸੈਂਟੈਂਸ ਵੇਰੀਏਸ਼ਨਸ ਦੀ ਵੋਕੈਬ ਦੀ। ਬਹੁਤ ਸਾਰੇ ਮਤਲਬ ਕਿ ਟੀਚਰ ਜਾਂ ਹੈ ਨਾ ਆਪਾਂ ਕੁਛ ਵੀ ਕਹਿ ਦਈਏ ਬੱਚੇ ਔਨਲਾਈਨ ਕਲਾਸ ਅਟੈਂਡ ਕਰਦੇ ਆ ਜਾਂ ਯੂਟਿਊਬ ਤੋਂ ਕਰਦੇ ਹੈਗੇ ਆ, ਤਾਂ ਬਹੁਤ ਸਾਰੇ ਨਾ ਇਸ ਤਰ੍ਹਾਂ ਦਾ ਹੁੰਦਾ ਹੈਗਾ ਵੀ ਵੋਕੈਬ ਨੋ, ਹੈ ਨਾ, ਐਸੇ ਦੇ ਵਿੱਚ ਵੋਕੈਬ ਨਹੀਂ ਐਡ ਕਰਨੀ ਆਪਾਂ। ਸੈਂਟੈਂਸ ਵੇਰੀਏਸ਼ਨ ਨੋ, ਠੀਕ ਆ। ਕਨੈਕਟਰਸ ਨੋ, ਤਾਂ ਕੁਛ ਵੀ ਨਹੀਂ ਕੋਈ ਕਰਨਾ, ਹੈ ਨਾ। ਐਗਜ਼ਾਮਪਲ ਨਹੀਂ, ਕੋਈ ਸਟਰਕਚਰ ਨਹੀਂ, ਠੀਕ ਆ, ਕੋਈ ਸਟਰਕਚਰ ਨਹੀਂ। ਤਾਂ ਫਿਰ ਵੀ ਆਪਣਾ ਜਿਹੜਾ 7 ਬੈਂਡ ਵਾਲਾ ਹੈਗਾ ਗੈਸ ਨਹੀਂ, ਇਹ ਪੋਸੀਬਲ ਹੀ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਜਿਹੜਾ ਟਾਸਕ 2 ਆ ਇਹ ਸੈਂਟੈਂਸ ਆਪਣੇ ਜਿਹੜੇ ਆਈਡੀਆਜ਼ ਹੈਗੇ ਆ, ਵੋਕੈਬ ਹੈਗੀ ਆ, ਸੈਂਟੈਂਸ ਹੈਗੀ ਆ, ਤਾਂ ਉਹਨਾਂ ਤੋਂ ਹੀ ਆਪਾਂ ਨੂੰ ਜਿਹੜੇ ਮਤਲਬ ਕਿ ਸਕੋਰ ਆਪਣੇ ਹੁੰਦੇ ਹੈਗੇ, ਹੈ ਨਾ। ਅਤੇ ਇਹ ਕਿੱਦਾਂ ਪੋਸੀਬਲ ਹੈ ਕਿ ਆਪਾਂ ਵੋਕੈਬ ਵੀ ਨਾ ਐਡ ਕਰੀਏ, ਹੈ ਨਾ, ਸੈਂਟੈਂਸ ਵੇਰੀਏਸ਼ਨ ਵੀ ਨਾ ਐਡ ਕਰੀਏ। ਤਾਂ ਆਪਾਂ ਜਿਹੜਾ
कोई स्ट्रक्चर ना ऐड करिए, कोई कनैक्टर ना यूज़ करके सिंपल लिखिए तो अपन जो 7+ हो जाऊगा, हो ही नहीं सकता है। ठीक है, तो ਤੁਸੀਂ ਆਮ ਬੱਚੇ ਬਹੁਤ ਸਾਰੇ ਲਿਖਦੇ ਵੀ ਹੈਗੇ ਆ ਸਿੰਪਲ, ਹੈ ਨਾ। ਜਦੋਂ ਆਪਾਂ ਜਾਂ ਫਿਰ ਆਇਲਸ ਕਲਾਸਾਂ ਆਪਾਂ ਸਟਾਰਟ ਹੀ ਕਰਦੇ ਹੈਗੇ ਤਾਂ ਉਦੋਂ ਆਪਾਂ ਬਹੁਤ ਸਿੰਪਲ ਲਿਖਦੇ ਆ, ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ, ਹੈ ਨਾ, ਵੀ ਇਸ ਤਰ੍ਹਾਂ ਆਹ ਵਾਲੀਆਂ ਚੀਜ਼ਾਂ ਜਿਹੜੀਆਂ ਐਡ ਕਰਨੀਆਂ ਹੁੰਦੀਆਂ, ਬਹੁਤ ਸਿੰਪਲ ਲਿਖਦੇ ਆ। ਅਤੇ ਕਦੇ ਇਸ ਤਰ੍ਹਾਂ ਹੋਇਆ ਹੈਗਾ ਵੀ ਬੱਚਿਆਂ ਨੇ ਕਿਤੇ ਪਹਿਲਾਂ ਕਲਾਸ ਅਟੈਂਡ ਕੀਤੀ, ਬੜਾ ਸਿੰਪਲ ਲਿਖਿਆ ਹੋਵੇ ਅਤੇ ਜਾਂਦੇ ਹੈ ਨਾ ਟੀਚਰ ਨੇ ਕਹਿ ਦਿੱਤਾ ਹੋਵੇ ਤੇਰਾ ਤਾਂ 7+ ਹੈਗਾ ਵੈਸੇ, ਹੈ ਨਾ, ਬਟ ਨਹੀਂ, ਇਹ ਪੋਸੀਬਲ ਨਹੀਂ ਹੈਗਾ। ਅਤੇ ਇਸ ਲਈ ਤੁਹਾਨੂੰ ਵਕੈਬ, ਸੈਂਟੈਂਸ ਵੇਰੀਏਸ਼ਨ ਅਤੇ ਕਨੈਕਟਰ, ਸਟਰਕਚਰ ਸਾਰਾ ਕੁਛ ਸਿੱਖਣਾ ਹੀ ਪਊਗਾ ਟਾਸਕ, ਜੇ ਤੁਸੀਂ ਆਪਣੀ ਰਾਈਟਿੰਗ ਵਿੱਚ ਸਕੋਰ ਬੂਸਟ ਕਰਨਾ ਚਾਹੁੰਦੇ ਆ। ਠੀਕ ਆ, ਤਾਂ ਇਹ ਜ਼ਰੂਰੀ ਆ। ਐਟਲੀਸਟ ਜੇ ਤੁਸੀਂ 6 ਵੀ ਲੈਣਾ ਚਾਹੁੰਦੇ ਆ ਤਾਂ ਉਹਦੇ ਲਈ ਵੀ ਇੱਕ ਸਟਰਕਚਰ ਅਤੇ ਇੱਕ ਥੋੜ੍ਹੀ ਜਿਹੀ ਵਕੈਬ ਤਾਂ ਜ਼ਰੂਰੀ ਹੈਗੀ ਆ। ਠੀਕ ਆ, ਜੇ ਤੁਸੀਂ ਬਹੁਤ ਵਧੀਆ ਸੈਂਟੈਂਸ ਵੇਰੀਏਸ਼ਨ ਐਡ ਕਰਦੇ ਆ, ਕੰਪਲੈਕਸ ਸੈਂਟੈਂਸ ਐਡ ਕਰਦੇ, ਵਕੈਬ ਚੰਗੀ ਐਡ ਕਰ ਰਹੇ ਆ, ਸਟਰਕਚਰ ਇੱਕ ਪ੍ਰੋਪਰ ਦੇ ਰਹੇ ਆ ਐਸੇ ਨੂੰ, ਹੈ ਨਾ, ਕੋਈ ਐਗਜ਼ਾਮੀਨਰ ਨੂੰ ਕਨਫਿਊਜ਼ ਨਹੀਂ ਕਰ ਰਹੇ, ਤਾਂ ਤੁਹਾਡਾ ਫਿਰ 7+, ਠੀਕ ਹੈ, 8+ ਵੀ ਜਾ ਸਕਦਾ ਹੈਗਾ। ਬਟ ਜੇ ਤੁਸੀਂ ਕਹੋਗੇ ਇਸ ਤੋਂ ਬਿਨਾਂ ਪੋਸੀਬਲ ਹੈਗਾ ਨਾ ਆਪਣਾ ਵਕੈਬ, ਸੈਂਟੈਂਸ ਵੇਰੀਏਸ਼ਨ, ਸਟਰਕਚਰ, ਕਨੈਕਟਰਸ, ਨਹੀਂ, ਇਸ ਤੋਂ ਬਿਨਾਂ ਪੋਸੀਬਲ ਨਹੀਂ ਹੈਗਾ। ਠੀਕ ਆ, ਤਾਂ ਆਪਾਂ ਅੱਜ ਦੇ ਐਸੇ ਨੂੰ ਇਸ ਤਰੀਕੇ ਨਾਲ ਲਿਖਣਾ ਹੈਗਾ। ਹੋਰ ਵੀ ਹਰ ਇੱਕ ਐਸੇ ਦਾ ਜਿਹੜਾ ਸੈਂਪਲ ਆਨਸਰ ਇਸ ਚੈਨਲ 'ਤੇ ਅਵੇਲੇਬਲ ਹੈਗਾ, ਤੁਸੀਂ ਪਲੇਲਿਸਟ ਵੀ ਚੈੱਕ ਕਰ ਸਕਦੇ ਹੈਗੇ ਆ, ਤਾਂ ਉਸ ਦੇ ਵਿੱਚ ਸਾਰਾ ਕੁਝ ਦੱਸਿਆ, ਹਰ ਇੱਕ ਐਸੇ ਦੀ ਜਿਹੜੀ ਟਾਈਪ ਦੇ ਇੱਕ ਸੈਂਪਲ ਆਨਸਰ ਜਿਹੜਾ ਪ੍ਰੋਵਾਈਡ ਕੀਤਾ ਗਿਆ ਹੈਗਾ, ਤਾਂ ਤੁਹਾਨੂੰ ਜਿਹੜੀ ਸਾਰੀ ਰਾਈਟਿੰਗ ਟਾਸਕ 2 ਦੀ ਜਿਹੜੀ ਪ੍ਰੋਬਲਮਸ ਹੈਗੀਆਂ ਸਾਰੇ ਦਾ ਸੋਲਿਊਸ਼ਨ ਮਿਲੂਗਾ, ਅਤੇ ਇਸ ਲਈ ਤੁਸੀਂ ਉਸ ਨੂੰ ਵਾਚ ਕਰ ਸਕਦੇ ਆ। ਥੈਂਕਸ ਫੋਰ ਵਾਚਿੰਗ।